ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਧਰਮ ਯੁੱਧ ਲਈ ਜੰਗ ਕਰਨਾ ਸ਼ਸਤਰ ਧਾਰੀਆਂ ਦਾ ਧਰਮ ਹੈ। ਜੰਗ ਯੁੱਧ ਕਰਕੇ ਰਾਜ ਭਾਗ ਪ੍ਰਾਪਤ ਕਰਨਾ ਤੇ ਜੇ ਤੂੰ ਕਹੇ ਤਾਂ ਤੈਨੂੰ ਪਾਤਸ਼ਾਹੀ ਦੇ ਦਿੰਦੇ ਆ, ਅਸੀਂ ਅੱਗੇ ਹੋ ਕੇ ਲੜਾਂਗੇ, ਤੂੰ ਚਿੰਤਾ ਕਿਉਂ ਕਰਦਾ ਹੈ। ਸਾਡੇ ਕੋਲ 2500 ਸੈਨਿਕ ਹੈ, ਹੋਰ ਵੀ ਸਿੱਖਾਂ ਨੂੰ ਨੌਜਵਾਨਾਂ ਨੂੰ ਭਰਤੀ ਕਰਕੇ ਫੌਜ ਵਧਾ ਕੇ ਸ਼ਕਤੀ ਵਧਾ ਕੇ ਤੇ ਅਸੀਂ ਅੱਗੇ ਹੋ ਕੇ ਜੰਗ ਕਰਾਂਗੇ। ਜੇ ਤੂੰ ਚਾਹੇ ਤਾਂ ਦਿੱਲੀ ਦਾ ਤਖਤ ਦਬਾ ਸਕਦੇ ਹਾਂ, ਜੇ ਤੂੰ ਚਾਹੇ ਤਾਂ ਧੁਰ ਦੀ ਪਾਤਸ਼ਾਹੀ ਤੈਨੂੰ ਬਖਸ਼ ਸਕਦੇ ਹਾਂ। ਅਸੀਂ ਦੋਨੇ ਪਾਤਸ਼ਾਹੀ ਬਖਸ਼ਣ ਵਿੱਚ ਸਮਰੱਥ ਹਾਂ, ਤੂੰ ਮੰਗ ਤਾਂ ਸਹੀ। ਮਹਾਰਾਜ ਦੁਨਿਆਵੀ ਪਾਤਸ਼ਾਹੀ ਲੈ ਕੇ ਮੈਂ ਕੀ ਕਰਨਾ ਜੋ ਝੂਠੀ ਪਾਤਸ਼ਾਹੀ ਹੈ। ਮੈਨੂੰ ਸੱਚੀ ਪਾਤਸ਼ਾਹੀ ਧੁਰ ਦੀ ਪਾਤਸ਼ਾਹੀ ਬਖਸ਼ਿਸ਼ ਕਰੋ। ਮੇਰਾ ਸਵੈ ਸਰੂਪ ਵਿੱਚ ਮਨ ਟਿਕ ਜਾਵੇ, ਮੈਂ ਸਥਿਤ ਹੋ ਜਾਵਾਂ, ਮੇਰੇ ਅੰਦਰ ਜੋ ਨੱਠ ਭੱਜ ਦੀ ਭਾਵਨਾ ਹੈ ਉਹ ਦੂਰ ਹੋ ਜਾਵੇ। ਤਾਂ ਗੁਰੂ ਸਾਹਿਬ ਜੀ ਨੇ ਕਿਹਾ ਜਿਵੇਂ ਤੇਰੀ ਮਰਜ਼ੀ। ਕੀ ਚਾਹੁੰਦਾ ਹੈ ਮਹਾਰਾਜ? ਮੈਂ ਚਾਹੁੰਦਾ ਹਾਂ ਕਿ ਨੌਰੰਗੀ ਦੀ ਸੈਨਾ ਨੂੰ ਅਟਕਾ ਕੇ ਰੱਖੋ ਤਾਂ ਕਿ ਮੈਂ ਦੂਰ ਨਿਕਲ ਜਾਵਾਂ, ਲਾਹੌਰ ਚਲਾ ਜਾਵਾਂ। ਕਾਫੀ ਦੂਰੀ ਦਾ ਫਾਸਲਾ ਹੋ ਜਾਵੇਗਾ, ਫਿਰ ਉਹ ਸਾਨੂੰ ਫੜ ਨਹੀਂ ਸਕੇਗਾ। ਤੇ ਗੁਰੂ ਸਾਹਿਬ ਜੀ ਨੇ ਕਿਹਾ ਚੰਗਾ ਐਵੇਂ ਹੀ ਹੋਵੇਗਾ। ਸੋ ਹੁਣ ਅਗਲੀ ਕਥਾ ਸਰਵਣ ਕਰਨ ਦੇ ਲਈ ਆਪੋ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੀਏ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਹਿਰਦੈ ਲੈ ਧਾਰਉ, ਗੁਰ ਪਾਰ ਬ੍ਰਹਮ ਸਦਾ ਨਮਸਕਾਰਉ। ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਹਿਰਦੇ ਵਿੱਚ ਵਸਾਉਂਦੇ ਹੋਏ ਰਸਨਾ ਪਵਿੱਤਰ ਕਰੀਏ। ਸਾਰੇ ਮਾਈ ਭਾਈ ਗੱਜ ਵੱਜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਫੇਰ ਸਾਰੇ ਗੱਜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਚੌਪਈ ਕੁਛ ਮੇਰੀ ਨਾਹਿਨ ਅਬਲਾਖਾ। ਸੋ ਸਾਧ ਸੰਗਤ ਜੀ, ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅਗਲੀ ਕਥਾ ਵਰਣਨ ਕਰ ਰਹੇ ਹਨ। ਦਾਰਾ ਸੇਖੋ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕਰ ਰਿਹਾ ਹੈ, ਮਹਾਰਾਜ ਮੇਰੀ ਹੋਰ ਕੋਈ ਅਬਲਾਖਾ ਨਹੀਂ ਹੈ। ਸ੍ਰੀ ਹਰਿ ਰਾਏ ਬਹੁਰ ਬਚ ਭਾਖਾ। ਦਾਰਾ ਸੇਖੋ ਪਾਸੋਂ ਸੁਣ ਕੇ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਇਉਂ ਕਹਿਣ ਲੱਗੇ, ਤਖਤ ਦੀਨ ਕੋ ਤੁਮਰੇ ਭਾਗ। ਤੇਰੇ ਭਾਗਾਂ ਵਿੱਚ ਪਾਤਸ਼ਾਹੀ ਲਿਖੀ ਹੋਈ ਹੈ, ਜੇ ਤੂੰ ਚਾਹੁੰਦਾ ਹੈ ਅਸੀਂ ਪਾਤਸ਼ਾਹੀ ਦੇ ਸਕਦੇ ਹਾਂ। ਸਦਾ ਆਫਰੀ ਤਹਿ ਲਿਵ ਲਾਗ। ਪਰ ਦੁਨੀਆ ਵੀ ਪਾਤਸ਼ਾਹੀ ਨੂੰ ਝੂਠੀ ਜਾਣ ਕੇ ਨਾਸਵੰਤ ਜਾਣ ਕੇ ਤੂੰ ਨਾ ਕਰ ਦਿੱਤੀ। ਆਫਰੀਨ ਹੈ, ਸਾਬਾਸ ਹੈ ਤੈਨੂੰ। ਅਬ ਤੂੰ ਗਮਨ ਹੋਏ ਸਾਵਧਾਨਾ। ਹੁਣ ਤੂੰ ਸਾਵਧਾਨ ਹੋ ਕੇ ਨਿਸ਼ਚਿੰਤ ਬੇਫਿਕਰ ਹੋ ਕਰਕੇ ਜਾਣਾ ਕਰ। ਹਮ ਲਸ਼ਕਰ ਅਟਕਾਏ ਮਹਾਨਾ। ਅਸੀਂ ਨੌਰੰਗੇ ਦੀ ਲਸ਼ਕਰ ਨੂੰ ਅਟਕਾ ਕੇ ਰੋਕ ਕੇ ਰੱਖਾਂਗੇ। ਸੁਨਤ ਬੰਦਗੀ ਕਰ ਜਬ ਗਇਓ। ਇਹ ਬੰਦਗੀ ਨਮਸਕਾਰ ਕਰਕੇ ਸੁਣ ਕੇ ਜਦੋਂ ਦਾਰਾ ਸਿੱਖ ਹੋ ਗਿਆ, 5 ਸਹਸਰ ਸੁਭਟ ਸੰਗ ਲਇਓ। 5000 ਤੁਰਕ ਸੈਨਾ ਜਿਸ ਦੇ ਨਾਲ ਹੈ ਨਾਲ ਲੈ ਕੇ ਗਿਆ। ਨੌਰੰਗ ਕੋ ਲਸ਼ਕਰ ਤਬ ਆਇਬ। ਜਦੋਂ ਨੌਰੰਗੇ ਦੀ ਫੌਜ ਸੈਨਾ ਚੜ ਕੇ ਆਈ, ਤੋਪ ਜੰਬੂਰਨ ਕੋ ਗਨ ਲਿਆਇਬ। ਔਰ ਤੋਪਾਂ ਜੰਬੂਰਾਂ ਜੰਜੈਲ ਸਾਰੇ ਜੰਗੀ ਸਾਜੋ ਸਮਾਜ ਹਥਿਆਰ ਲੈ ਕੇ ਆਇਆ। ਤਰੀ ਸਕੇਲਨ ਸਕਲ ਕਰਾਏ। ਗੁਰੂ ਸਾਹਿਬ ਜੀ ਨੇ ਸਾਰੀਆਂ ਬੇੜੀਆਂ ਇਕੱਠੀਆਂ ਕਰਾ ਲਈਆਂ। ਸਾਵਧਾਨ ਹੋਏ ਸ੍ਰੀ ਹਰਿ ਰਾਏ। ਸਤਿਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸਾਵਧਾਨ ਹੋਏ, ਸਾਰੀਆਂ ਬੇੜੀਆਂ ਇਕੱਠੀਆਂ ਕਰਾ ਕੇ ਆਪਣੇ ਕਬਜ਼ੇ 'ਚ ਕਰ ਲਈਆਂ। ਨਿਜ ਦਲ ਸਕਲ ਤੋਪ ਬਲ ਭਰੇ। ਔਰ ਗੁਰੂ ਸਾਹਿਬ ਜੀ ਨੇ ਆਪਣੇ ਦਲ ਨੂੰ ਆਦੇਸ਼ ਦਿੱਤਾ ਕਿ ਤੋਪਾਂ ਬੀੜ ਦਿਓ ਦਰਿਆ ਦੇ ਕੰਢੇ ਮੁਸਤੈਦ ਹੋ ਕੇ
ਆਗਾ ਰੋਕੋ ਨੌਰੰਗੇ ਦਾ। ਤੀਰ ਵਿਪਾਸਾ ਸਨਮੁਖ ਖਰੇ, ਔਰ ਵਿਵਾਸਾ ਦਰਿਆ ਦੇ ਸਨਮੁਖ ਤੋਪਾਂ ਬੀੜ ਦਿੱਤੀਆਂ। ਇਕ ਦੁਐ ਸਲਖ ਸਕਲ ਕਰਵਾਈ, ਤੋਪ ਚੋਂ ਇੱਕ ਦੋ ਗੋਲੇ ਦਗਵਾਏ। ਧੁਨ ਤੇ ਅਵਨੀ ਨਭ ਗਜਰਾਈ, ਜਿਸ ਦੀ ਧੂਆਂ ਦੇ ਨਾਲ ਧੂੜ ਦੇ ਨਾਲ ਧਰਤੀ ਤੇ ਆਕਾਸ਼ ਛਾ ਗਿਆ। ਧੂਮ ਉਡਿਓ ਅੰਧੇਰਾ ਭਇਓ, ਔਰ ਧੂਆਂ ਇੰਨਾ ਉੱਡਿਆ, ਗੋਲਾ ਚੱਲਣ ਦੀ ਆਵਾਜ਼ ਹੋਈ ਬੜੀ ਭਿਆਨਕ, ਤੇ ਸਾਰਾ ਗਗਨ ਛਾ ਗਿਆ, ਹਨੇਰਾ ਹੋ ਗਿਆ। ਜਨ ਸਾਵਨ ਕੋ ਕਨ ਉਮੜਿਓ, ਮਾਨੋ ਸਾਵਣ ਮਹੀਨੇ ਵਿੱਚ ਕਾਲੀਆਂ ਘਟਾਵਾਂ ਬੱਦਲ ਆ ਕੇ ਛਾ ਗਏ ਹੋਣ। ਨਦੀ ਤੀਰ ਪਰ ਕਰ ਵਿਸਤਾਰੋ, ਦਰਿਆ ਦੇ ਕੰਢੇ ਸਾਰੇ 2500 ਫੌਜਾਂ ਖੜੀਆਂ ਕਰ ਦਿੱਤੀਆਂ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ। ਖਰੋ ਕਰਿਓ ਆਪਣੋ ਦਲ ਭਾਰੋ, ਆਪਣਾ ਸਾਰਾ ਦਲ ਭਾਰਾ ਦਲ ਖੜਾ ਕਰ ਦਿੱਤਾ, ਮੁਸਤੈਦ ਕਰ ਦਿੱਤਾ। ਜਰੀ ਬਾਦਲਾ ਬ੍ਰਿੰਦ ਨਿਸ਼ਾਨ, ਔਰ ਗੁਰੂ ਸਾਹਿਬ ਜੀ ਦੇ ਦਲ ਦੇ ਸੂਰਮੇ ਜਿਹੜੇ ਹਨ ਜਰੀ ਬਾਦਲਾ ਦੇ ਔਰ ਪਤਾਕੇ ਨਿਸ਼ਾਨ ਫਹਿਰਾਉਂਦੇ ਹਨ। ਬਾਦਲਾ ਇੱਕ ਕੱਪੜੇ ਦਾ ਨਾਮ ਹੈ, ਜਿਵੇਂ ਟੈਰੀਕਾਟ, ਪੋਲਿਸਟਰ, ਇਸ ਤਰ੍ਹਾਂ ਬਾਦਲਾ ਇੱਕ ਹੈ ਜਰੀਦਾਰ ਬਾਦਲਾ। ਉਹ ਪਤਾਕਾ ਬਹੁਤ ਚਮਕਦਾ ਹੈ, ਦੂਰੋਂ ਹੀ ਦਿਸਦਾ ਹੈ ਕਿ ਪਤਾਕਾ ਫਹਿਰ ਰਿਹਾ ਹੈ। ਸੋ ਜਰੀ ਬਾਦਲੇ ਦੇ ਪਤਾਕੇ ਝੰਡੇ ਨਿਸ਼ਾਨ ਫਹਿਰਾਏ। बीच चमूके दमक महान, ਔਰ ਜੋ ਨੌਰੰਗੇ ਦੀ ਸੈਨਾ ਸੀ ਉਸਨੇ ਵੀ ਦੇਖਿਆ ਕਿ ਇਹ ਪਤਾਕੇ ਫਹਿਰ ਰਹੇ ਹਨ। बहुतों से तुंकारत ऐसे, ਔਰ ਬਹੁਤ ਸਾਰੇ ਧੌਂਸੇ ਛੋਟੇ ਵੱਡੇ ਨਗਾਰੇ ਵੱਜ ਰਹੇ ਹਨ। घोरत घटा कोख वड जैसे, ਜਿਵੇਂ ਕਾਲੀਆਂ ਘਾਟਾਂ ਔਰ ਬੱਦਲ ਉਮੜ ਘੁੰਮੜ ਕੇ ਆਕਾਸ਼ ਵਿੱਚ ਗੱਜਦੇ ਹਨ। नौरंग को लश्कर जब आवा, ਜਦੋਂ ਨੌਰੰਗੇ ਦੀ ਸੈਨਾ ਚੜ ਕੇ ਆਈ, जान्यो दारस को थिरावा, ਨੌਰੰਗੇ ਦੀ ਸੈਨਾ ਨੇ ਜਾਣਿਆ ਕਿ ਦਾਰਾ ਸਿਕੋ ਇੱਥੇ ਹੀ ਟਿਕਿਆ ਹੋਇਆ ਹੈ। नहीं पारखा तिन ते होई, ਪਰ ਚੰਗੀ ਤਰ੍ਹਾਂ ਪਰਖ ਨਾ ਹੋ ਸਕੀ। ਨੌਰੰਗੇ ਦੀ ਸੈਨਾ ਉਮਰਾਵਾਂ ਪਾਸੋਂ ਭੁਲੇਖੇ ਵਿੱਚ ਰਹੇ। ਉਹਨਾਂ ਨੇ ਸੋਚਿਆ ਕਿ ਦਾਰਾ ਸਿਕੋ ਇੱਥੇ ਹੀ ਹੋਵੇਗਾ, ਪਰ ਉਹ ਤਾਂ ਅੱਗੇ ਨਿਕਲ ਚੁੱਕਿਆ ਸੀ। टिके तहां नह गमने सोई, ਔਰ ਟਿਕਿਆ ਹੋਇਆ ਇੱਥੇ ਅਜੇ ਗਿਆ ਨਹੀਂ ਹੋਵੇਗਾ। सुध लै बेको पठ हलकारे, ਖਬਰ ਲੈਣ ਵਾਸਤੇ ਹਲਕਾਰੇ ਨੂੰ ਭੇਜਿਆ। तरसलता के उतरे पारे, ਔਰ ਦਰਿਆ ਤੋਂ ਪਾਰ ਉਤਰ ਕੇ ਖਬਰ ਲੈਣ ਲਈ ਆਇਆ। जाए तहां दल गुरु निहारा, ਉਮਰਾਵਾਂ ਨੇ ਜਾ ਕਰ ਦੇਖਿਆ ਗੁਰੂ ਸਾਹਿਬ ਜੀ ਦਾ ਦਲ ਦਰਿਆ ਦੇ ਕਿਨਾਰੇ ਖੜਾ ਹੈ ਮੁਸਤੈਦ ਹੋ ਕੇ। उमड्यो लरन हेत बल भारा, ਔਰ ਭਾਰਾ ਦਲ ਬਲ ਦੇ ਸਹਿਤ ਲੜਨ ਵਾਸਤੇ ਤਿਆਰ ਹਨ। सर्व भेद सो ले कर आए, ਉਮਰਾਵਾਂ ਨੇ ਸਾਰਾ ਭੇਦ ਲੈ ਕਰਕੇ ਆਣ ਕੇ ਨੌਰੰਗੇ ਨੂੰ ਦੱਸਿਆ। दारस को गयो अगवाए, ਦਾਰਾ ਸਿਕੋ ਤਾਂ ਅੱਗੇ ਨਿਕਲ ਗਿਆ। ये तो गुर की चमू खरी है, ਇਹ ਤਾਂ ਗੁਰੂ ਸਾਹਿਬ ਜੀ ਦੀ ਸੈਨਾ ਖੜੀ ਹੈ ਦਰਿਆ ਦੇ ਕੰਢੇ। अपने हित सावधान करी है, ਗੁਰੂ ਸਾਹਿਬ ਜੀ ਨੇ ਆਪਣੇ ਹਿਫਾਜ਼ਤ ਲਈ ਸਾਵਧਾਨ ਹੋ ਕਰਕੇ ਔਰ ਤੋਪਾਂ ਦੇ ਸਹਿਤ ਲਾਓ ਲਸ਼ਕਰ ਆਪਣੀ ਸੈਨਾ ਖੜੀ ਕੀਤੀ ਹੈ। भेत पाए कर दूत पठाए, ਸਾਰਾ ਭੇਦ ਜਾਣ ਕਰਕੇ ਫਿਰ ਦੁਬਾਰੇ ਦੂਤ ਭੇਜਿਆ ਨੌਰੰਗੇ ਨੇ। श्री हरि राय निकट सो आए, ਉਹ ਦੂਤ ਚੱਲ ਕੇ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਕੋਲ ਆਇਆ। करी बंदना अर्ज गुजारी, ਔਰ ਨਮਸਕਾਰ ਕੀਤੀ, ਫਿਰ ਹੱਥ ਜੋੜ ਕੇ ਬੇਨਤੀ ਕੀਤੀ ਦੂਤ ਨੇ। इमनो रंग उमराव उचारी, ਇਉਂ ਨੌਰੰਗੇ ਦੇ ਉਮਰਾਵ ਨੇ ਅਰਦਾਸ ਬੇਨਤੀ ਕੀਤੀ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ। तुम क्यों लरन हेत पे खरे, हे ਮਹਾਰਾਜ ਤੁਸੀਂ ਲੜਨ ਵਾਸਤੇ ਕਿਉਂ ਖਲੋਤੇ ਹੋ?
ਬਿਨ ਕਾਰਨ ਕਿਉ ਮਗ ਮੋ ਅਰੇ ਬਿਨਾਂ ਕਾਰਨ ਰਾਹ ਵਿੱਚ ਕਿਉਂ ਅੜੇ ਖੜੇ ਹੋ। ਸੁਨ ਸਤਿਗੁਰ ਹਰਿ ਰਾਏ ਬਖਾਨਾ ਦੂਤ ਪਾਸੋਂ ਸੁਣ ਕੇ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਇਉਂ ਉੱਤਰ ਦਿੱਤਾ, ਆਪਨ ਹੇਤ ਹਮ ਹੈ ਸਬਦਾਨਾ। ਆਪਣੇ ਹਿਫਾਜ਼ਤ ਵਾਸਤੇ ਸਾਵਧਾਨ ਹਾਂ, ਅਸੀਂ ਮੁਸਤੈਦ ਹਾਂ, ਕਿਉਂਕਿ ਕਾਰਨ ਹੈ ਇਸ ਦਾ। ਪਤ ਸਾਹਿਤ ਮੈਂ ਰੌਰਾ ਹੈ ਪਦ ਸਾਹਿਬ ਵਿੱਚ ਰੌਲਾ ਪਿਆ ਹੋਇਆ ਹੈ, ਜਾਂ ਤੇ ਹਮ ਭਰੋਸ ਨਹਿ ਲਹੈ। ਇਸ ਕਰਕੇ ਅਸੀਂ ਤੁਰਕਾਂ ਦਾ ਵਿਸਾਰ ਨਹੀਂ ਕਰਦੇ, ਸਾਨੂੰ ਭਰੋਸਾ ਨਹੀਂ ਹੈ ਰੰਚਕ ਮਾਤਰ ਵੀ। ਪ੍ਰਥਮ ਕੂਚ ਕਰ ਹਮ ਚਲ ਜਾਵੇ ਪਹਿਲਾਂ ਅਸੀਂ ਦਰਿਆ ਦੇ ਕੰਢੇ ਤੋਂ ਕੂਚ ਕਰਕੇ ਆਪਣੇ ਕੀਰਤਪੁਰ ਸਾਹਿਬ ਚਲੇ ਜਾਵਾਂਗੇ। ਪੁਨ ਪੀਛੇ ਕੋ ਉਤਰਨ ਪਾਵੇ ਉਹਨਾਂ ਪਿੱਛੋਂ ਕੋਈ ਨੌਰੰਗੇ ਦੀ ਸੈਨਾ ਉਤਰ ਨਾ ਪਾਵੇਗੀ। ਅਪਰ ਹਮਾਰੋ ਹੇਤ ਨ ਕੋਈ ਹੋਰ ਕੋਈ ਕਾਰਨ ਨਹੀਂ ਆ ਸਾਡਾ ਇੱਥੇ ਖੜੇ ਰਹਿਣ ਦਾ। ਮੁਸਤੈਦ ਹੋ ਕੇ ਦਲ ਬਲ ਦੇ ਸਹਿਤ ਇੱਥੇ ਖੜਨ ਦਾ ਕੋਈ ਹੋਰ ਪ੍ਰਯੋਜਨ ਨਹੀਂ ਹੈ ਸਾਡਾ। ਮਗ ਮਹਿ ਮਿਲ ਹੈ ਨ ਸੈਨਾ ਦੋਈ ਸਾਡਾ ਤਾਂ ਇਹੀ ਮਨੋਰਥ ਹੈ ਕਿ ਰਾਹ ਵਿੱਚ ਦੋਵੇਂ ਸੈਨਾ ਦਾਰਾ ਸਿਕੋ ਦੀ ਤੇ ਨੌਰੰਗੇ ਦੀ ਆਪਸ 'ਚ ਮਿਲ ਨਾ ਸਕੇ। ਅਸੀਂ ਤਾਂ ਵਿਧ ਪਾਉਣਾ ਚਾਹੁੰਦੇ ਹਾਂ, ਫਰਕ ਪਾਉਣਾ ਚਾਹੁੰਦੇ ਹਾਂ ਕਿ ਦੂਰੀ ਬਣ ਜਾਵੇ। ਸੁਨਤ ਦੂਤ ਨੇ ਆਨ ਬਖਾਨਾ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਪਾਸੋਂ ਸੁਣ ਕੇ ਦੂਤ ਨੇ ਆਣ ਕੇ ਨੌਰੰਗੇ ਨੂੰ ਦੱਸਿਆ, ਹਿਤ ਕਰ ਇਨ ਪੀਲੀਓ ਮਾਨਾ। ਔਰ ਹਿੱਤ ਕਰਕੇ ਪ੍ਰੇਮ ਦੇ ਸਹਿਤ ਨੌਰੰਗੇ ਨੇ ਵੀ ਗੱਲ ਮੰਨ ਲਈ। ਟਿਕੇ ਰਹੇ ਸਰਤਾ ਤੇ ਪਾਰ ਸਲਤਾ ਦੇ ਪਰਲੇ ਪਾਸੇ ਹੀ ਟਿਕੀ ਰਹੀ ਨੌਰੰਗੇ ਦੀ ਸੈਨਾ। ਸਤਿਗੁਰ ਭਏ ਬਹੁਰ ਅਸਵਾਰ ਫਿਰ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਅਸਵਾਰ ਹੋਏ। ਸਨੇ ਸਨੇ ਕਰ ਕੂਚ ਪਿਆਨਾ ਹੌਲੀ ਹੌਲੀ ਕੂਚ ਪ੍ਰਸਥਾਨ ਕੀਤਾ ਦਰਿਆ ਦੇ ਕੰਢੇ ਤੋਂ। ਸਲਖ ਬੰਦੂਕਨ ਕਰਤ ਮਹਾਨਾ ਬੰਦੂਕਾਂ ਚੋਂ ਗੋਲੀਆਂ, ਤੋਪਾਂ ਚੋਂ ਗੋਲੇ ਦਾਗੇ। ਇੱਕ ਦਿਨ ਲਸ਼ਕਰ ਕੋ ਅਟਕਾਵਾ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਆਪਣੀ ਸੈਨਾ, ਗੁਰੂ ਕੀ ਸੈਨਾ ਖੜੀ ਕਰਕੇ ਦਰਿਆ ਦੇ ਕੰਢੇ ਇੱਕ ਦਿਨ ਨੌਰੰਗੇ ਦੀ ਸੈਨਾ ਨੂੰ ਰੋਕ ਕੇ ਰੱਖਿਆ। ਸਲਤਾ ਬਾਰ ਨ ਉਤਰਨ ਪਾਵਾ ਦਰਿਆ ਤੋਂ ਪਾਰ ਉਤਰਨਾ ਨਹੀਂ ਪਾਇਆ, ਕਿਉਂਕਿ ਰੋਕ ਕੇ ਰੱਖਿਆ। ਇਹੀ ਮਨੋਰਥ ਸੀ ਦਾਰਾ ਸਿਕੋ ਵੀ ਇਹੀ ਚਾਹੁੰਦਾ ਸੀ, ਮਹਾਰਾਜ ਤੁਸੀਂ ਨੌਰੰਗੇ ਦੀ ਸੈਨਾ ਨੂੰ ਅਟਕਾ ਕੇ ਰੱਖੋ ਤਾਂ ਕਿ ਮੈਂ ਛੇਤੀ ਛੇਤੀ ਲਾਹੌਰ ਪੁੱਜ ਜਾਵਾਂ। ਕੀਰਤਪੁਰ ਕੇ ਮਗ ਚਲ ਆਏ ਸਤਿਗੁਰੂ ਮਹਾਰਾਜ ਦਰਿਆ ਦੇ ਕੰਢੇ ਤੋਂ ਅਸਵਾਰ ਹੋ ਕੇ ਕੀਰਤਪੁਰ ਦੇ ਰਸਤੇ ਚੱਲ ਆਏ। ਪੁਨ ਨੌਕਾ ਤਿਆਗੀ ਸਮੁਦਾਏ ਫਿਰ ਸਾਰੀਆਂ ਬੇੜੀਆਂ ਜੋ ਇਕੱਠੀਆਂ ਕਰਵਾਈਆਂ ਸਨ, ਆਪਣੇ ਕਬਜ਼ੇ 'ਚ ਲਈਆਂ ਸਨ, ਉਹ ਸਭ ਛੱਡ ਦਿੱਤੀਆਂ। ਦਿਵਸ ਆਗਲੇ ਉਤਰੇ ਪਾਰੀ ਅਗਲੇ ਦਿਨ ਨੌਰੰਗੇ ਦੀ ਸੈਨਾ ਪਾਰ ਉਤਰ ਗਈ। ਜੋ ਲਸ਼ਕਰ ਨੌਰੰਗ ਕੇ ਭਾਰੀ ਜੋ ਨੌਰੰਗੇ ਦੀ ਭਾਰੀ ਲਾਉ ਲਸ਼ਕਰ ਸੈਨਾ ਸੀ। ਦਾਰਸ ਕੋ ਸੁਖੈਨ ਪਿਆਨਾ ਇਧਰ ਦਾਰਾ ਸਿਕੋ ਸੁਖੈਨ ਹੀ ਪਿਆਨਾ ਪ੍ਰਸਥਾਨ ਕਰ ਗਿਆ ਕੀਰਤਪੁਰ ਸਾਹਿਬੋਂ। ਲਸ਼ਕਰ ਆਪਣੋ ਕਰ ਸਬਦਾਨਾ ਆਪਣੀ ਸਾਰੀ ਸੈਨਾ ਨੂੰ ਸਾਵਧਾਨ ਮੁਸਤੈਦ ਕਰਕੇ ਤੀਰ ਵਿਪਾਸਾ ਤੇ ਉੱਠ ਗਇਓ ਔਰ ਬਿਆਸਾ ਦਰਿਆ ਤੋਂ ਉੱਠ ਕੇ ਚਲਾ ਗਿਆ। ਲਵਪੁਰ ਵਿਖੇ ਪ੍ਰਵੇਸ਼ਨ ਕੀਓ ਲਾਹੌਰ ਸ਼ਹਿਰ ਵਿਖੇ ਪ੍ਰਵੇਸ਼ ਕੀਤਾ ਜਾ ਕੇ। ਜਾਏ ਦੁਰਗ ਮੈਂ ਕੀਨਸ ਡੇਰਾ ਲਾਹੌਰ ਸ਼ਹਿਰ ਜਾ ਕੇ ਔਰ ਡੇਰੇ ਵਿੱਚ ਕਿਲੇ ਵਿੱਚ ਡੇਰਾ ਕੀਤਾ। ਦਰਬ ਜਵਾਹਰ ਜੇ ਤਕ ਹੀਰਾ ਔਰ ਜਿੰਨਾ ਕੁ ਧਨ ਪਦਾਰਥ ਹੀਰੇ ਜਵਾਹਰਾਤ ਦੇਖੇ। ਕੋਸ ਵਿਖੇ ਤੇ ਸਭ ਨਿਕਸਾਇਬ ਕਿਲੇ ਦੇ ਖਜ਼ਾਨੇ ਚੋਂ ਸਾਰਾ ਕੁਝ ਧਨ ਪਦਾਰਥ ਅਤੇ ਹੀਰੇ ਜਵਾਹਰਾਤ ਇਕੱਠੇ ਕਰ ਲੈ, ਸਾਂਭ ਲੈ। ਲੈ ਨਿਜ ਸੰਗੇ ਤਿਆਰ ਕਰਾਇਬ ਆਪਣੇ ਸੰਗੀ ਸਾਥੀਆਂ ਨੂੰ ਤਿਆਰ ਕਰਾ ਦਿੱਤਾ। ਕਿਤਕ ਕਾਲ ਤੋਹਿ ਕੀਨ ਮੁਕਾਮੂ ਕਿਤਨੇ ਸਮੇਂ ਤੱਕ ਉਥੇ ਮੁਕਾਮ ਡੇਰਾ ਕੀਤਾ। ਕਰਿਓ ਸੋ ਸ਼ਰਮ ਬਿਨ ਦਲ ਅਭਿਰਾਮੂ ਔਰ ਡੇਰਾ ਕਰਕੇ ਵਿਸਰਾਮ ਕੀਤਾ, ਸਾਰਿਆਂ ਨੇ ਥਕੇਵਾਂ ਦੂਰ ਕੀਤਾ। ਨੌਰੰਗ ਕੋ ਲਸ਼ਕਰ ਜਬ ਆਵਾ
ਨੌਰੰਗੇ ਦੀ ਸੈਨਾ ਜਦੋਂ ਚੱਲ ਕੇ ਆਈ, ਕਈ ਲੱਛ ਭਟ ਇਮ ਸੁਨ ਪਾਵਾ। ਔਰ ਦਾਰਾ ਸਿਕੋ ਨੇ ਸੁਣਿਆ ਕਿ ਕਈ ਲੱਖ ਸੈਨਾ, ਤੁਰਕ ਸੈਨਾ ਨੌਰੰਗੇ ਦੀ ਚੜ ਕੇ ਆ ਰਹੀ ਹੈ। ਕਿਨਸ ਤਿਆਰੀ ਤੁਰਤ ਤਹਾਂ ਤੇ, ਔਰ ਛੇਤੀ ਹੀ ਉਥੋਂ ਅੱਗੇ ਜਾਣ ਦੀ ਤਿਆਰੀ ਕਰ ਲਈ ਦਾਰਾ ਸਿਕੋ ਨੇ। ਦਰਬ ਜਵਾਹਰ ਲਿਏ ਮਹਾਤੇ, ਔਰ ਬਹੁਤ ਧਨ ਪਦਾਰਥ ਹੀਰੇ ਜਵਾਹਰਾਤ ਲੈ ਲੈ। ਸੰਗ ਬਾਹਨੀ ਕੀਨਸ ਪਿਆਨਾ, ਔਰ ਬਾਹਨੀ ਸੈਨਾ ਦੇ ਨੂੰ ਨਾਲ ਲੈ ਕਰਕੇ ਤਿਆਰੀ ਕੀਤੀ ਚੱਲਣ ਦੀ। ਚਲਿਓ ਪੰਥ ਜਹਪੁਰ ਮੁਲਤਾਨਾ, ਔਰ ਦਾਰਾ ਸਿਕੋ ਮੁਲਤਾਨ ਦੇ ਰਸਤੇ ਚੱਲ ਪਿਆ। ਕਰਮ ਕਰਮ ਕਰ ਉਲੰਘਿਓ ਸਭ ਦੇਸ, ਕਰਮ ਕਰਮ ਸਾਰਾ ਦੇਸ਼ ਲੰਘ ਗਿਆ। ਪਿੱਛੇ ਲਸ਼ਕਰ ਚਲਿਓ ਅਸ਼ੇਸ਼, ਪਿੱਛੋਂ ਨੌਰੰਗੇ ਦੀ ਸੈਨਾ ਚਲੀ ਆ ਰਹੀ ਹੈ। ਕਈ ਕੋਸ ਸੋ ਚਲਤ ਅਗਾਰੀ, ਕਈ ਕੋਹ ਅੱਗੇ ਦਾਰਾ ਸਿਕੋ ਸੈਨਾ ਸਹਿਤ ਜਾ ਰਿਹਾ ਹੈ। ਨੌਰੰਗ ਕੋ ਦਲ ਪਰਿਓ ਪਿਛਾਰੀ, ਨੌਰੰਗੇ ਦਾ ਦਲ ਸੈਨਾ ਪਿੱਛੇ ਪਈ ਹੋਈ ਹੈ। ਜਾਏ ਬਰਿਓ ਮੁਲਤਾਨ ਮਝਾਰਾ, ਦਾਰਾ ਸਿਕੋ ਮੁਲਤਾਨ ਸ਼ਹਿਰ ਵਿਖੇ ਜਾ ਪ੍ਰਵੇਸ਼ ਹੋਇਆ। ਦਰਬ ਜਵਾਹਰ ਲਿਏ ਉਦਾਰਾ, ਜਿਸ ਦੇ ਕੋਲ ਬਹੁਤ ਸਾਰੇ ਹੀਰੇ ਜਵਾਹਰਾਤ ਧਨ ਪਦਾਰਥ ਹਨ। ਕਿਤਕ ਮੁਕਾਮ ਨਗਰ ਤਿਸ ਕਰਕੇ, ਉਸ ਮੁਲਤਾਨ ਨਗਰ ਵਿਖੇ ਕੁਝ ਕੁ ਡੇਰਾ ਕਰਕੇ ਜੜ ਪੁਨ ਚਲਿਓ ਸਿਗਰਤਾ ਧਰ ਕੇ, ਫਿਰ ਸਿਗਰਤਾ ਧਾਰ ਕੇ ਉੱਥੋਂ ਵੀ ਚੱਲ ਪਿਆ। ਕੂਚ ਮੁਕਾਮ ਨਿਰੰਤਰ ਕੀਨੋ, ਔਰ ਨਿਰੰਤਰ ਇੱਕ ਰਸ ਕੂਚ ਕਰਦਾ ਹੋਇਆ, ਡੇਰਾ ਕਰਦਾ ਹੋਇਆ ਅੱਗੇ ਵੱਧਦਾ ਰਿਹਾ। ਢੱਠੇ ਪੱਖਰ ਕੋ ਮਗ ਲੀਨੋ, ਢੱਠੇ ਪੱਖਰ ਨਾਮੇ ਅਸਥਾਨ, ਇੱਕ ਜਗ੍ਹਾ ਦਾ ਨਾਮ ਹੈ ਢੱਠੇ ਪੱਖਰ, ਉਧਰ ਨੂੰ ਚੱਲ ਪਿਆ। ਜਿਉਂ ਜਿਉਂ ਜਾਤ ਅਗਾਰੀ ਧਾਇਓ, ਜਿਉਂ ਜਿਉਂ ਅੱਗੇ ਦੌੜਦਾ ਹੋਇਆ ਸ਼ਾਹਜਹਾਂ ਸੈਨਾ ਦਾਰਾ ਸਿਕੋ ਅੱਗੇ ਵੱਧ ਰਿਹਾ ਹੈ। ਤਿਉਂ ਤਿਉਂ ਕਟਕ ਪਿਛੇ ਉਮੜਾਇਓ, ਤਿਉਂ ਤਿਉਂ ਨੌਰੰਗੇ ਦੀ ਕਟਕ ਸੈਨਾ ਉਮੜ ਕੇ ਆ ਰਹੀ ਹੈ। ਚਲਤ ਚਲਤ ਉਲੰਘਿਓ ਸਭ ਦੇਸ, ਚਲਦਾ ਚਲਦਾ ਦਾਰਾ ਸਿਕੋ ਸਾਰਾ ਦੇਸ਼ ਲੰਘ ਗਿਆ। ਤਜ ਦਿੱਲੀ ਕੋ ਰਾਜ ਅਸ਼ੇਸ਼, ਦਿੱਲੀ ਦਾ ਰਾਜ ਭਾਗ ਸਭ ਕੁਝ ਛੱਡ ਕਰਕੇ ਭਇਓ ਨਿਚਿੰਤ ਰਹਿਓ ਤਹ ਜਾਏ, ਔਰ ਉੱਥੇ ਜਾ ਕਰਕੇ ਨਿਸ਼ਚਿੰਤ ਹੋ ਕਰਕੇ ਰਿਹਾ। ਸੈਨ ਸਕੇਲੇ ਪੁਨ ਸਮੁਦਾਏ, ਦਾਰਾ ਸਿਕੋ ਨੇ ਪੁਨः ਸਾਰੀ ਸੈਨਾ ਇਕੱਠੀ ਕੀਤੀ। ਢੱਠੇ ਪੱਖਰ ਤੇ ਰਹਿ ਪਰੇ, ਔਰ ਢੱਠੇ ਪੱਖਰ ਤੋਂ ਪਰੇ ਹੀ ਰਿਹਾ। ਕੇਤਕ ਮਾਸ ਬਿਤਾਵਨ ਕਰੇ, ਉੱਥੇ ਢੱਠੇ ਪੱਖਰ ਤੋਂ ਪਰੇ ਕਈ ਮਹੀਨੇ ਰਹਿ ਕੇ ਬਤੀਤ ਕੀਤੇ। ਆਪਣੇ ਰਾਜ ਸੀਮ ਜਹ ਅਹੀ, ਜਿੱਥੇ ਆਪਣੇ ਰਾਜ ਦੀ ਸੀਮਾ ਹੱਦ ਸੀ, ਤਹ ਨੌਰੰਗ ਕੀ ਸੈਨਾ ਰਹੀ। ਉੱਥੇ ਆਪਣੇ ਰਾਜ ਦੀ ਸੀਮਾ ਵਿੱਚ ਹੀ ਨੌਰੰਗੇ ਦੀ ਸੈਨਾ ਰਹੀ। ਅੰਤਰ ਕਿਤਕ ਪਾਏ ਤਿਸ ਥਾਨ, ਉਸ ਸਥਾਨ ਤੋਂ ਕਿੰਨਾ ਕੁ ਅੰਤਰ ਫਾਸਲਾ ਪਾ ਕਰਕੇ ਬਸਤ ਪਏ ਨਿਜ ਦੇਸ ਮਹਾਨ, ਆਪਣੇ ਦੇਸ਼ ਵਿੱਚ ਉਹ ਬਸਦਾ ਪਿਆ। ਪੁਨ ਚੜ ਗਮਨਿਓ ਦਾਰਾ ਸਕੋ, ਪੁਨः ਉੱਥੋਂ ਵੀ ਦਾਰਾ ਸਿਕੋ ਉੱਠ ਕੇ ਤੁਰ ਪਿਆ। ਤਿਤ ਕੋ ਦੱਖਣ ਕੀ ਦਿਸ ਹੋ, ਦੱਖਣ ਦਿਸ਼ਾ ਦੀ ਤਰਫ ਮੂੰਹ ਕਰਕੇ ਦਾਰਾ ਸਿਕੋ ਚੱਲ ਪਿਆ। ਪਹੁੰਚਿਓ ਜਹਾਂ ਦੇਸ ਗੁਜਰਾਤ, ਉੱਥੇ ਪਹੁੰਚਿਆ ਜਿੱਥੇ ਗੁਜਰਾਤ ਦੇਸ਼ ਹੈ। ਲੂਟ ਕੂਟ ਲੀਨਸ ਤਹ ਜਾਤ, ਉੱਥੇ ਜਾ ਕਰਕੇ ਗੁਜਰਾਤ ਸ਼ਹਿਰ ਨੂੰ ਚੰਗੀ ਤਰ੍ਹਾਂ ਲੁੱਟਿਆ ਕੁੱਟਿਆ। ਲਸ਼ਕਰ ਸਮੁਖ ਜਾਏ ਪੁਨ ਹੋਆ, ਔਰ ਲਸ਼ਕਰ ਸਰਬ ਸਨਮੁਖ ਹੋ ਕੇ ਆਈ। ਦਾਰਾ ਸਿਕੋ ਨੇ ਸਾਰੀ ਸੈਨਾ ਇਕੱਠੀ ਕੀਤੀ। ਦੋਹ ਦਿਸ ਤੇ ਰਿਸ ਕੀਨਸ ਢੋਆ, ਦੋਹ ਦਿਸ ਤੇ ਰਿਸ ਕੀਨਸ ਢੋਆ। ਇਧਰੋਂ ਨੌਰੰਗੇ ਦੀ ਸੈਨਾ ਵੀ ਆ ਗਈ। ਦਾਰਾ ਸਿਕੋ ਦੀ ਸੈਨਾ ਆਮਣੇ ਸਾਹਮਣੇ ਹੋ ਗਈ।
ਸਨਮੁਖ ਹੋ ਗਏ ਇੱਕ ਦੂਜੇ ਦੇ। ਦਾਰੁਣ ਸੰਘਰ ਰਚਿਓ ਮਹਾਨਾ, ਉੱਥੇ ਬੜਾ ਭਿਆਨਕ ਜੰਗ ਯੁੱਧ ਸ਼ੁਰੂ ਹੋ ਗਿਆ। ਛੁਟੇ ਸ਼ਸਤਰ ਹਟ ਪੇ ਫਟ ਪ੍ਰਾਨਾ, ਬਹੁਤ ਸਾਰੇ ਸ਼ਸਤਰ ਟੁੱਟੇ, ਬਹੁਤ ਸਾਰੇ ਸੂਰਬੀਰ ਮਾਰੇ ਗਏ। ਲਈ ਲਥੇਰ ਪਧੇਰ ਘਨੇਰੀ, ਲੋਥਾਂ ਦਾ ਢੇਰ ਲੱਗ ਗਿਆ ਉੱਥੇ। ਗਰਜੀ ਤੋਪੈ ਤੁਪਕ ਵਡੇਰੀ, ਬਹੁਤ ਸਾਰੀਆਂ ਤੋਪ ਇਹ ਸਾਰੇ ਗੱਜਣ ਲੱਗੇ। ਮਾਰੇ ਸੁਭਟ ਗਹੇ ਹਥਿਆਰਨ, ਹਥਿਆਰਾਂ ਦੇ ਨਾਲ ਬਹੁਤ ਸਾਰੇ ਸੂਰਮੇ ਮਾਰਨਾ ਕੀਤੇ। ਵਿਜੈ ਕਰਨ ਜੀ ਸੁਆਮੀ ਕਾਰਨ, ਔਰ ਆਪਣੇ ਮਾਲਕ ਦੇ ਕੰਮ ਆਏ ਸਾਰੇ ਸੂਰਮੇ ਆਪਣੇ ਮਾਲਕ ਦੀ ਜਿੱਤ ਵਾਸਤੇ ਮੁਸਤੈਦ ਹੋ ਕਰਕੇ ਜੰਗ ਕਰ ਰਹੇ ਹਨ। ਬਾਜੀ ਚੜ੍ਹੇ ਵੀਰ ਬਲਵਾਨ, ਜਿਹੜੇ ਬਲਵਾਨ ਵੀਰ ਸੂਰਮੇ ਹਨ ਉਹ ਘੋੜਿਆਂ ਤੇ ਸਵਾਰ ਹੋਏ। ਛਿੱਪਰ ਛੁਟਤ ਹੈ ਤੁਪਕ ਮਹਾਨ, ਛਿੱਪਰ ਨਾਮ ਛੇਤੀ ਛੇਤੀ ਤੋਪਾਂ ਚੋਂ ਗੋਲੇ ਚੱਲਦੇ ਹਨ। ਹਨੇ ਫੇਰ ਕਰ ਤੋਮਰ ਤੀਛਨ, ਫਿਰ ਤਿੱਖੇ ਤੋਮਰ ਬਰਛੇ ਭਾਲੇ ਚਲਾਉਂਦੇ ਹਨ। ਹਲਾ ਹਲੀ ਰਣ ਮਾਚਿਓ ਭੀਖਨ, ਬੜਾ ਭੀਖਣ ਬੜਾ ਭਿਆਨਕ ਹਲਚਲ ਮਚ ਗਈ ਰਣ ਯੁੱਧ ਵਿੱਚ, ਰਣ ਭੂਮੀ ਵਿੱਚ। ਛੁੱਟ ਛੁੱਟ ਪ੍ਰਾਨ ਵੀਰ ਗਨ ਗਿਰੇ, ਔਰ ਜਦੋਂ ਕਮਾਨ ਚੋਂ ਤੀਰ ਛੁੱਟਦੇ ਹਨ ਬਹੁਤ ਸਾਰੇ ਵੀਰਾਂ ਨੂੰ ਉਹ ਤੀਰ ਵੱਜਦਾ, ਉਹ ਡਿੱਗਦੇ ਹਨ। ਕੇਤਕ ਤਰਫਤ ਘਾਇਲ ਪਰੇ, ਕਈ ਤਾਂ ਤੜਫਦੇ ਹਨ, ਕਈ ਘਾਇਲ ਜ਼ਖਮੀ ਹੋ ਕੇ ਡਿੱਗੇ ਪਏ ਹਨ। ਧੌਂਸੇ ਤੁੰਕਾਰਤ ਚਹੁ ਓਰੇ, ਚਾਰ ਚੁਫੇਰੇ ਧੌਂਸੇ ਵੱਜ ਰਹੇ ਹਨ, ਨਗਾਰੇ ਵੱਜ ਰਹੇ ਹਨ। ਚਲੇ ਬੇਗ ਤੇ ਗੋਰੀ ਗੋਰੇ, ਬੜੇ ਬੇਗ ਤੇਜ਼ੀ ਦੇ ਨਾਲ ਗੋਲੀ ਤੇ ਗੋਲੇ ਚੱਲਦੇ ਹਨ। ਲੋਥਾਂ ਜੁਥ ਪੋਥ ਨਾ ਭਈ, ਔਰ ਲੋਥਾਂ ਦਾ ਢੇਰ ਲੱਗ ਗਿਆ, ਲੋਥਾਂ ਦੇ ਉੱਪਰ ਲੋਥ ਪਈ ਹੈ। ਵਾਹਨ ਪਗਨ ਧੂਲ ਤੇ ਛਈ, ਵਾਹਨ ਘੋੜਿਆਂ ਦੇ ਪੈਰਾਂ ਦੀ ਧੂੜ ਦੇ ਨਾਲ ਸਾਰਾ ਉਹ ਰਣ ਭੂਮੀ ਤੇ ਆਕਾਸ਼ ਸਭ ਛਾ ਗਿਆ। ਸ਼੍ਰੋਣਿਤ ਗਿਰੇ ਰਕਤ ਰਣ ਠੋਰ, ਰਣ ਭੂਮੀ ਵਿੱਚ ਸੂਰਮਿਆਂ ਦੇ ਅੰਗ ਭੰਗ ਹੁੰਦੇ ਹਨ, ਉਹ ਲਹੂ ਮਿੱਟੀ ਦੇ ਨਾਲ ਮਿਲ ਕਰਕੇ ਗਾਰਾ ਬਣ ਜਾਂਦਾ ਹੈ। ਬਧੇ ਵੀਰ ਰਣ ਮਾਚਿਓ ਰੋਰ, ਔਰ ਵੀਰ ਸੂਰਮੇ ਦੋਹਾਂ ਦਲਾਂ ਦੇ ਅੱਗੇ ਵੱਧਦੇ ਹਨ, ਬੜਾ ਰੌਲਾ ਮਚਿਆ। ਜਬ ਜਾਣਿਓ ਨੌਰੰਗ ਦਲ ਘਨੇ, ਜਦੋਂ ਦਾਰਾ ਸਿਕੋ ਨੇ ਜਾਣਿਆ ਨੌਰੰਗੇ ਦਾ ਦਲ ਬਲ ਬਹੁਤ ਹੈ, ਜ਼ਿਆਦੇ ਹੈ और बहुत भारा दल है। युद्ध करन इन सो नह बने, और नौरंगे दी सेना दे नाल साडा युद्ध करना बन नहीं सकता। दारा सको बिलोक बिचारा, दारा सिको ने चंगी तरह परख के देख करके विचार किया। ले दल अपनो कीन किनारा, अपना दल लेके दारा सिको ने किनारा कर लिया। टल कर गयो न सन्मुख पयो, और सन टल करके पिछा चल मुड़ पिया, सन्मुख नहीं होया। फर्क साथ निज डेरा कियो, नौरंगी सेना तो फर्क पा करके अपना डेरा किया। कवि संतोख सिंह इसी प्रकार, चूड़ामन कवि भाई साहब भाई संतोख सिंह जी वर्णन कर रहे हैं इसी प्रकार। नौरंग लीन सिराज उदार, इसे तरह नौरंगे ने राज भाग ले लिया, दिल्ली का तख्त हासिल कर लिया। अपने पिता शाहजहां नूं कैद विच पा दिता, मुराद बख्श नूं पा दिता, अपनी भैन कैद कर लई, कोई भतीजा नहीं छड्डिया, कोई भणिया नहीं छड्डिया। एक सुजा जिहड़ा है बंगाल का हाकम है, वो अजे अगे कथा आ रही है, वो बागी हो जाएगा। उसनूं दबाउण वास्ते इत्थों मुल्तान तो फिर बंगाल वाले पासे कूच करदा नौरंगा। सो दारा सिको दे मगर लग्या होया है। औरंगजेब इस तरह अपने बाहूबल दे नाल अपने भरावां दा कतल करके पिता नूं कैद करके राज भाग हासिल किया। दोहरा इमलर दारा सको बहु, चित में करियो विचार। इस तरह दारा सिको बहुत ही लड़ करके नौरंगी सेना दे नाल चित विच विचार करता है। कूर पदार्थ हेत में क्या क्या किए उपचार, झूठे पदार्थां वास्ते मैं की उपचार नहीं किया।
ਕਿਹੜੇ ਕਿਹੜੇ ਯਤਨ ਮੈਂ ਨਹੀਂ ਕੀਤੇ। ਚੌਪਈ ਨੀਕੇ ਹੈ ਇਨਕੋ ਹਿਤ ਤਿਆਗਨ। ਔਰ ਇਨ੍ਹਾਂ ਝੂਠੇ ਪਦਾਰਥਾਂ ਦਾ ਤਿਆਗ ਕਰਨਾ ਹੀ ਚੰਗਾ ਹੈ। ਬੁਰੋ ਬਹੁਤ ਜੁਤ ਜਤਨ ਆਰਾਧਨ। ਔਰ ਬਹੁਤ ਯਤਨ ਕਰਕੇ ਪਦਾਰਥਾਂ ਨੂੰ ਪ੍ਰਾਪਤ ਕਰਨਾ, ਰਾਜ ਭਾਗ ਹਾਸਲ ਕਰਨਾ, ਇਹ ਝੂਠਾ ਹੈ, ਬੁਰਾ ਹੈ। ਕਰੇ ਉਪਾਵ ਹਾਥ ਨਹਿ ਆਵਹਿ। ਜੇ ਉਪਾਅ ਵੀ ਕਰੀਏ, ਬਹੁਤ ਯਤਨ ਕਰੀਏ, ਫਿਰ ਵੀ ਹੱਥ ਆਉਣ ਵਾਲਾ ਨਹੀਂ ਹੈ। ਪਰਾ ਲਬਧ ਪਰ ਮਨ ਸੋ ਟਿਕਾਵਹਿ। ਪਰਾ ਲਬਧ ਉੱਪਰ ਮਨ ਨੂੰ ਟਿਕਾਉਣਾ ਚਾਹੀਦਾ ਹੈ, ਕਿ ਜੋ ਪਰਾ ਲਬਧ ਵਿੱਚ ਲਿਖਿਆ ਹੈ ਉਹੀ ਪ੍ਰਾਪਤ ਹੁੰਦਾ ਹੈ। ਸਤਿ ਆਤਮਾ ਕਰੋ ਵਿਚਾਰਨ। ਜੋ ਆਤਮਾ ਸਤ ਹੈ, ਤਿੰਨੋਂ ਕਾਲ ਸਤ ਹੈ, ਅਮਰ ਹੈ, ਅਜਰ ਅਮਰ ਹੈ, ਜਿਸ ਦਾ ਜਨਮ ਮਰਨ ਨਹੀਂ ਹੁੰਦਾ, ਜੋ ਨਾਸ ਹੋਣ ਤੋਂ ਰਹਿਤ ਹੈ, ਜਿਸ ਦਾ ਜ਼ਿਕਰ ਕੀਤਾ ਹੈ ਗੀਤਾ ਵਿੱਚ। ਕ੍ਰਿਸ਼ਨ ਭਗਵਾਨ ਨੇ ਅਰਜਨ ਨੂੰ ਉਪਦੇਸ਼ ਦਿੱਤਾ ਕਿ ਆਤਮਾ ਜੋ ਹੈ ਅਜਰ ਅਮਰ ਹੈ, ਉਹ ਨਾਸਵੰਤ ਨਹੀਂ ਹੈ, ਉਹ ਸਦਾ ਅਜਰ ਅਮਰ ਹੈ। ਜਾयते न मृत्यते व कदाचिन्नायम भूतवा भविता व न भूयः अजो शास्त्रोयम पुराणो न हन्यते हन्यमाने शरीरे। जिस आत्मा का ना जन्म है ना मरण है, जो एक रस अखंड है, जो किसी अस्त्र शस्त्र द्वारा कट्टिया वड्डिया नहीं जाता। नैनम छिदंती शास्त्राणी नैनम दहती पावका न चैनम कले दे अंत आपू न सोसियती मारुता। जिसनों अग्नि साड़ नहीं सकती, जल डोब नहीं सकता, हवा उड़ा नहीं सकती, ऐसा जो एक रस सतचित आनंद स्वरूप जो आत्मा है, जो सब बंध विनाशन कारण। जो सारे बंधुओं का विनाश का कारण है। सल्तन हित बो करे उपाय। सल्तनत प्राप्त करने वास्ते बड़े उपाय कीते, परा लब्ध बिन किम कर आए। पर परालब्ध तो बिना किमें हाथ आ सकता है। जिस दे भागां विच राज भाग ਦਾ ਸੁਖ ਭੋਗਣਾ ਲਿਖਿਆ ਹੈ, ਉਸੇ ਨੂੰ ਰਾਜ ਭਾਗ ਪ੍ਰਾਪਤ ਹੁੰਦਾ ਹੈ। ਪਰ ਬਿਨਾਂ ਭਾਗਾਂ ਤੋਂ, ਬਿਨਾਂ ਪਰਾਲਬਧ ਤੋਂ ਕਿਵੇਂ ਹੱਥ ਆ ਸਕਦਾ ਹੈ। ਅਬ ਨਿਰਵੈਰ ਹੋਏ ਮੈਂ ਫਿਰੋਂ। ਦਾਰਾ ਸਿੱਖੋ ਮਨ 'ਚ ਵਿਚਾਰਦਾ ਕਿ ਮੈਂ ਨਿਰਭੈ ਹੋ ਕੇ, ਨਿਸ਼ਚਿੰਤ ਹੋ ਕੇ ਫਿਰਨਾ ਕਰਾਂ। ਕਹਿ ਗਿਰ ਮੈਂ ਬਸ ਤਬ ਕੋ ਕਰਾਂ। ਔਰ ਇਸ ਤਰ੍ਹਾਂ ਮੈਂ ਜਾਂ ਪਹਾੜਾਂ ਦੇ ਵਿੱਚ ਬਸ ਕਰਕੇ ਤਪ ਕਰਾਂ। ਇਮ ਨਿਸ਼ਚੈ ਕਰ ਸਭ ਕਿਛ ਤਿਆਗਾ। ਇਉਂ ਨਿਸ਼ਚੈ ਕਰਕੇ ਸਭ ਕੁਝ ਤਿਆਗ ਦਿੱਤਾ। ਲਸ਼ਕਰ ਜਿਤਕ ਹੁਤੋ ਸੰਗ ਲਾਗਾ। ਔਰ ਜਿਤਨੀ ਸੈਨਾ ਦਾਰਾ ਸਿਕੋਹ ਦੀ ਨਾਲ ਸੀ, ਉਹ ਸਾਰੀ ਸੈਨਾ ਵੀ ਛੱਡ ਦਿੱਤੀ। ਸਭ ਹਿਨ ਕੋ ਦੈ ਮੁਕਤਾ ਹੀਰ। ਆਪਣੀਆਂ ਫੌਜਾਂ ਨੂੰ, ਸਿਪਾਹੀਆਂ ਨੂੰ ਮੋਤੀਆਂ ਦੇ ਗੁੱਛੇ, ਹੀਰੇ ਜਵਾਹਰਾਤ ਦੇ ਕਰਕੇ ਵਿਦਾ ਕਰ ਦਿੱਤਾ। ਕਰੇ ਵਿਸਰਜਨ ਬਲੀ ਸੋ ਵੀਰ। ਜਿਹੜੇ ਬਾਂਕੇ ਵੀਰ ਸੂਰ ਵੀਰ ਸਨ, ਦਾਰਾ ਸਿਕੋਹ ਦੀ ਫੌਜ ਵੀ ਸਾਰਿਆਂ ਨੂੰ ਹੀਰੇ ਜਵਾਹਰਾਤ ਧਨ ਪਦਾਰਥ ਦੇ ਕਰਕੇ ਵਿਸਰਜਨ ਕੀਤਾ, ਵਿਦਾ ਕਰ ਦਿੱਤਾ। ਜਥਾ ਜੋਗ ਸਭ ਕੋ ਦੇ ਮੋਦ। ਔਰ ਜਥਾ ਜੋਗ ਸਾਰਿਆਂ ਨੂੰ ਖੁਸ਼ੀਆਂ ਦੇ ਕਰਕੇ ਦਿਏ ਖਿੰਡਾਏ ਚਾਰੂ ਕੋਦ। ਚਾਰੋਂ ਗੋਦ, ਚਾਰ ਚੁਫੇਰੇ, ਚਾਰੇ ਪਾਸੇ ਸਾਰੇ ਖਿੰਡਾ ਦਿੱਤੇ। ਏਕ ਨਫਰ ਕੋ ਰਾਖਿਓ ਸੰਗ। ਦਾਰਾ ਸਿਕੋਹ ਨੇ ਇੱਕ ਨਫਰ ਨੂੰ, ਇੱਕ ਨੌਕਰ ਨੂੰ ਨਾਲ ਰੱਖਿਆ। ਤਿਆਗਿਓ ਸਾਹ ਬੇਸ ਜੋ ਅੰਗ। ਤੇ ਪਾਤਸ਼ਾਹੀ ਜੋ ਪੁਸ਼ਾਕ ਪਾਈ ਹੋਈ ਸੀ ਅੰਗਾਂ ਦੇ ਉੱਪਰ, ਉਹ ਪੁਸ਼ਾਕ ਵੀ ਛੱਡ ਦਿੱਤੀ। ਚਾਹਿਓ ਪਰਬਤ ਬਾਸੀ ਹੋਏ। ਦਾਰਾ ਸਿਕੋਹ ਪਰਬਤ ਵਾਸੀ ਹੋਣਾ ਚਾਹੁੰਦਾ ਹੈ, ਪਹਾੜਾਂ ਵਿੱਚ ਜਾ ਕੇ ਤਪ ਕਰਨਾ ਚਾਹੁੰਦਾ ਹੈ। ਭੋਗ ਹੈ ਪਰਾਲਬਧ ਤਨ ਜੋਏ। ਇਹ ਸੋਚਦਾ ਕਿ ਪਰਾਲਬਧ ਅਨੁਸਾਰ ਜੋ ਪ੍ਰਾਪਤ ਹੋ ਜਾਵੇ ਉਸ ਨੂੰ ਮੈਂ ਭੋਗਣਾ ਕਰਾਂ। ਜੋ ਪਰਾਲਬਧ ਵਿੱਚ ਕਰਮ ਵਿੱਚ ਲਿਖਿਆ ਹੋਇਆ ਹੈ ਦੁੱਖ ਸੁਖ ਭੋਗਣਾ, ਉਹ ਮੈਂ ਦੁੱਖ ਸੁਖ ਭੋਗਾਂਗਾ। ਚਲ ਬਹੁ ਦੇਸ ਉਲੰਘਨ ਕਰਿਓ। ਬਹੁਤ ਸਾਰੇ ਦੇਸ਼ਾਂ ਨੂੰ ਲੰਘ ਕਰਕੇ ਆਨ ਪੁਆਧ ਵਿਖੇ ਪੁਨ ਭਰਿਓ। ਔਰ ਆਣ ਕਰਕੇ ਇੱਕ ਪੁਆਧ ਨਾਮੇ ਨਗਰ ਵਿਖੇ ਆ ਟਿਕਿਆ। ਹੁਤੋ ਦਾਇਰਾ ਪਿਖ ਇੱਕ ਗ੍ਰਾਮ। ਇੱਕ ਪਿੰਡ ਵਿੱਚ ਇੱਕ ਦਾਇਰਾ ਦੇਖਿਆ
ਇੱਕ ਤਕੀਬ ਦੇਖੀ, ਉਤਰਿਓ ਤਾਹਾਂ ਕਰਨ ਬਿਸਰਾਮ। ਉਸ ਦਾਇਰੇ ਵਿੱਚ ਉਤਰਿਆ ਵਿਸਰਾਮ ਕਰਨ ਲਈ। ਹਏ ਲਗਾਏ ਹਿਤ ਭੋਜਨ ਤਿਆਰੀ। ਘੋੜਾ ਲਗਾ ਕੇ ਖੜਾ ਕਰਕੇ ਬੰਨ ਕੇ ਘੋੜੇ ਨੂੰ ਭੋਜਨ ਤਿਆਰ ਕਰਨ ਦੀ ਤਿਆਰੀ ਕਰਨ ਲੱਗਿਆ। ਕਰਤ ਭਏ ਆਨਿਓ ਠਿਗ ਬਾਰੀ। ਔਰ ਭੋਜਨ ਤਿਆਰ ਕਰਨ ਵਾਸਤੇ ਜਲ ਲਿਆਂਦਾ। ਪਾਵਕ ਦਈ ਜਾਰ ਬੇਕਾਰਨ। ਔਰ ਚੁੱਲ੍ਹਾ ਬਣਾ ਕਰਕੇ ਲੱਕੜਾਂ ਢਾਹ ਦਿੱਤੀਆਂ ਬਾਲਣ ਵਾਸਤੇ। ਨਫਰ ਸੋ ਇੰਧਨ ਲੱਗਿਓ ਨਿਹਾਰਨ। ਔਰ ਨਫਰ ਜੋ ਨੌਕਰ ਸੀ ਉਹ ਦੇਖ ਰਿਹਾ ਹੈ ਕਿ ਦਾਰਾ ਸਿਕੋ ਆਪਣੇ ਹੱਥੀਂ ਕੀ ਕਰ ਰਿਹਾ ਹੈ। ਦਾਰਾ ਸਕੋ ਫੂਕ ਜਬ ਮਾਰੀ। ਇੱਧਰ ਨਫਰ ਜਿਹੜਾ ਨੌਕਰ ਸੀ ਲੱਕੜਾਂ ਲਿਆਉਣ ਗਿਆ, ਇੱਧਰ ਕੁਝ ਲੱਕੜਾਂ ਪਹਿਲਾਂ ਲਿਆ ਕੇ ਧਰ ਗਿਆ ਸੀ। ਜਦੋਂ ਅੱਗ ਬਾਲੀ ਫੂਕ ਮਾਰੀ ਦਾਰਾ ਸਿਕੋ ਨੇ, ਪਰੀ ਰਾਖ ਉਪਰ ਮੁਖਦਾਰੀ। ਔਰ ਮੂੰਹ ਦੇ ਉੱਪਰ ਦਾੜੀ ਦੇ ਉੱਪਰ ਸਵਾਹ ਉੱਡ ਕੇ ਪੈ ਗਈ। ਜਾਰੀ ਗਈ ਨ ਜਾਣਤ ਜਾਰਨ। ਦਾਰਾ ਸਿਕੋ ਨੇ ਕਦੇ ਆਪਣੇ ਹੱਥੀਂ ਕੋਈ ਕੰਮ ਨਹੀਂ ਸੀ ਕੀਤਾ, ਅੱਗ ਬਾਲਣਾ ਨਹੀਂ ਸੀ ਜਾਣਦਾ। ਉਸਨੇ ਫੂਕ ਮਾਰੀ, ਸਾਰੀ ਸਵਾਹ ਉੱਡ ਕੇ ਉਹਦੇ ਮੂੰਹ ਤੇ ਦਾੜੀ ਤੇ ਪੈ ਗਈ। ਤਹ ਫਕੀਰ ਨੇ ਕਰਿਓ ਨਿਹਾਰਨ। ਉੱਥੇ ਇੱਕ ਫਕੀਰ ਆਇਆ ਹੋਇਆ ਸੀ, ਉਸਨੇ ਦਾਰਾ ਸਿਕੋ ਨੂੰ ਦੇਖਿਆ। ਅਤਿਸੈ ਭਾਗਵਾਨ ਨਰ ਕੋਈ। ਮਨ 'ਚ ਵਿਚਾਰਿਆ ਕਿ ਅਤਿਸੈ ਕਰਕੇ ਕੋਈ ਵੱਡਿਆਂ ਭਾਗਾਂ ਵਾਲਾ ਇਹ ਆਲਮ ਫਾਜ਼ਲ ਜਾਪਦਾ ਹੈ। ਦੀਰਘ ਮਸਤਕ ਦੀਪਤ ਜੋਈ। ਇਹਦਾ ਮੱਥਾ ਬੜਾ ਚਮਕ ਰਿਹਾ ਹੈ, ਚੌੜਾ ਮੱਥਾ ਹੈ ਔਰ ਬਹੁਤ ਚਮਕ ਰਿਹਾ ਹੈ। ਦੇਖਤ ਜਾਣਿਓ ਜਾਏ ਸੁਸ਼ੀਲਾ। ਔਰ ਦੇਖਿਆ ਅਤੇ ਜਾਣਿਆ ਜਾਂਦਾ ਕਿ ਬੜੇ ਸੁਸ਼ੀਲ ਸੁਭਾਅ ਵਾਲਾ, ਬਹੁਤ ਠੰਡੇ ਦਿਮਾਗ ਵਾਲਾ ਹੈ। ਰੂਪ ਛਬੀਲਾ ਰਿਦਾ ਗਹੀਲਾ। ਔਰ ਹਿਰਦਾ ਗੰਭੀਰ ਹੈ, ਰੂਪ छैल छबीला ਹੈ। ਇਤਨੇ ਵਿਖੇ ਨਫਰ ਸੋ ਆਵਾ। ਇਤਨੇ ਵਿਖੇ ਨਫਰ ਉਹਦਾ ਦਾਰਾ ਸਿਕੋ ਉਹਦਾ ਨੌਕਰ ਆ ਗਿਆ। ਪਸਮ ਸਮਸ ਪਰ ਪਿਖ ਮੁਰਝਾਵਾ। ਔਰ ਚਿਹਰਾ ਮੁਰਝਾਇਆ ਹੋਇਆ ਹੈ, ਮੂੰਹ ਅਤੇ ਦਾੜੀ ਉੱਪਰ ਸਵਾਹ ਪਈ ਹੋਈ ਦੇਖਿਆ ਜਦੋਂ ਉਸਦੇ ਨੌਕਰ ਨੇ। ਦੁਖਿਓ ਅਧਿਕ ਹੀ ਗੀਨਤ ਦੁਹੇਲਾ। ਬਹੁਤ ਦੁਖਦਾਈ ਸਮਾਂ ਵਿਚਾਰਨਾ ਕੀਤਾ, ਜਾਣਿਆ ਕਿ ਦਾਰਾ ਸਿਕੋ ਦੇ ਉੱਪਰ ਬਹੁਤ ਦੁਖਦਾਈ ਸਮਾਂ ਆ ਗਿਆ ਹੈ। ਅਖਿਲ ਬੈਸ ਜੋ ਰਹਿਓ ਸੁਹੇਲਾ। ਜੋ ਸਾਰੀ ਉਮਰ ਹੁਣ ਤੱਕ ਬਹੁਤ ਸੁਖੀ ਰਿਹਾ, ਸੁਖ ਪੂਰਵਕ ਜੀਵਨ ਬਤੀਤ ਕਰਦਾ ਰਿਹਾ ਹੁਣ ਤੱਕ। ਸਕਲ ਮੁਲਕ ਕੀ ਸਲਤਨਤ ਵਾਰੋ। ਔਰ ਸਾਰੇ ਮੁਲਕ ਦੀ ਜੋ ਸਲਤਨਤ ਹੈ, ਗਨ ਆਪਣੀ ਪਤ ਕਰਤ ਜੁਹਾਰੋ। ਔਰ ਸਾਰੇ ਧਰਤੀ ਦੇ ਰਾਜੇ ਮਹਾਰਾਜੇ ਜਿਹੜੇ ਸਭ ਜੁਹਾਰ ਨਮਸਕਾਰਾਂ ਕਰਦੇ ਸਨ। ਜਹ ਕੈ ਹੁਕਮ ਜਹੇ ਕੋ ਮਾਨੈ। ਔਰ ਜਿੱਥੇ ਕਿੱਥੇ ਦਾਰਾ ਸਿਕੋ ਦਾ ਸਾਰੀ ਪ੍ਰਜਾ ਹੁਕਮ ਮੰਨਦੀ ਸੀ। ਕਹੇ ਕਹਾਂ ਲਗ ਮਹਦ ਮਹਾਨੈ। ਔਰ ਕਿੱਥੋਂ ਤੱਕ ਕਹੀਏ, ਇਹਦਾ ਜੀਵਨ ਬੜਾ ਉੱਚਾ ਸੁੱਚਾ ਸੀ, ਸਾਰੇ ਪ੍ਰੇਮ ਕਰਦੇ ਸਨ। ਕਿ ਆਮ ਲੋਕ ਕਿ ਸੰਤ ਫਕੀਰ ਸਾਰੇ ਇਸ ਦਾ ਸਤਿਕਾਰ ਕਰਦੇ ਸਨ। ਸੋ ਇਕਾਕੀ ਪਾਵਕ ਜਾਰਤ। ਉਹ ਕੱਲਾ ਹੀ ਹੁਣ ਫਿਰਦਾ ਹੈ ਔਰ ਆਪਣੇ ਹੱਥੀਂ ਖਾਣਾ ਤਿਆਰ ਕਰਨ ਲਈ ਔਰ ਅੱਗ ਬਾਲ ਰਿਹਾ ਹੈ। ਅੱਗ ਬਾਲਣ ਦੇ ਦੌਰਾਨ ਸਵਾਹ ਉੱਡ ਕਰਕੇ ਇਹਦੇ ਮੂੰਹ ਤੇ ਦਾੜੀ ਤੇ ਪੈ ਗਈ ਹੈ। ਬਦਨ ਸਮੀਪ ਫੂਕ ਕੋ ਮਾਰਤ। ਔਰ ਚੁੱਲ੍ਹੇ ਦੇ ਨਾਲ ਮੂੰਹ ਲਾ ਕਰਕੇ ਇਸਨੇ ਜਦੋਂ ਫੂਕ ਮਾਰੀ, ਦੀਰਘ ਸਮਸ ਪਸਮ ਪਰ ਰਹੀ। ਜੋ ਵੱਡਾ ਦਾੜਾ ਸੀ ਔਰ ਉਸ ਦਾੜੇ ਦੇ ਉੱਪਰ ਸਾਰੀ ਸਵਾਹ ਉੱਡ ਕੇ ਪੈ ਗਈ। ਚਿਤ ਮੈਂ ਕਿਛ ਦੁਖ ਪਾਵਤ ਨਹੀਂ। ਪਰ ਦਾਰਾ ਸਿਕੋ ਨੇ ਚਿੱਤ ਵਿੱਚ ਰੰਚਕ ਮਾਤਰ ਵੀ ਦੁੱਖ ਨਹੀਂ ਮੰਨਿਆ। ਕਰਤ ਫਕੀਰਨ ਕੀ ਨਿਤ ਸੰਗਤ। ਜੋ ਦਾਰਾ ਸਿਕੋ ਨਿਤ ਹੀ ਸੰਤਾਂ ਪੀਰਾਂ ਫਕੀਰਾਂ ਦੀ ਸੰਗਤ ਕਰਦਾ ਰਿਹਾ। ਸੁਨਤ ਬਚਨ ਬੋ ਬੈਠੇ ਪੰਗਤ। ਸੰਤਾਂ ਦੀ ਪੰਗਤ ਵਿੱਚ ਬੈਠ ਕਰਕੇ ਸੰਤਾਂ ਦੇ ਅਮੋਲਕ ਬਚਨ ਸੁਣਦਾ ਰਿਹਾ। ਵਰਜ ਰਹੇ ਕਹਿ ਕਹਿ ਨਰ ਸਿਆਣੇ। ਸਿਆਣੇ ਲੋਕ ਬਰਜ ਬਰਜ ਕੇ ਮਨਾ ਕਰਦੇ ਰਹੇ,
ਸਮਝਾ ਸਮਝਾ ਕੇ ਰੋਕਦੇ ਰਹੇ। ਹਾਨ ਲਾਭ ਲਖ ਕਹਿਓ ਨ ਮਾਨੇ, ਔਰ ਹਾਨ ਲਾਭ ਕੁਛ ਨਹੀਂ ਮੰਨਿਆ, ਕਿਸੇ ਦੀ ਗੱਲ ਨਹੀਂ ਮੰਨੀ। ਆਪਣੋ ਕਰਮ ਜਾਣ ਕਰ ਐਸੇ, ਆਪਣੇ ਪਰਾਲਭ ਦਾ ਅਨੁਸਾਰ ਕਰਮ ਜਾਣ ਕਰਕੇ। ਅਬ ਨ ਬਿਸੂਰਤ ਦੁਖ ਕਰ ਕੈਸੇ, ਹੁਣ ਵੀ ਇਹ ਝੁਰਦਾ ਨਹੀਂ ਹੈ, ਹੁਣ ਵੀ ਪ੍ਰਸੰਨ ਚਿੱਤ ਹੈ। ਇੰਨਾ ਕਸ਼ਟ ਭੋਗ ਰਿਹਾ ਹੈ, ਫਿਰ ਵੀ ਇਹ ਪ੍ਰਸੰਨ ਚਿੱਤ, ਇਹਦਾ ਚਿਹਰਾ ਖਿੜਿਆ ਹੋਇਆ ਹੈ। ਇਸ ਤੇ ਛੋਭ ਹੋਤ ਚਿਤ ਮੇਰੇ, ਔਰ ਇਸ ਨੂੰ ਦੇਖ ਕਰਕੇ, ਦਾਰਾ ਸਿਕੋ ਦੇ ਹਾਲਾਤ ਦੇਖ ਕਰਕੇ ਮੇਰੇ ਚਿੱਤ ਵਿੱਚ ਬੜਾ ਦੁੱਖ ਹੁੰਦਾ ਹੈ। ਨਫਰ ਚਿਤਵ ਇਮ ਕਹਿ ਤਿਸ ਮੇਰੇ, ਨਫਰ ਦਾਰਾ ਸਿਕੋ ਦਾ ਨੌਕਰ ਜਿਹੜਾ ਸੀ ਉਸ ਨੂੰ ਬੜਾ ਦੁੱਖ ਹੈ, ਪਰ ਦਾਰਾ ਸਿਕੋ ਨੂੰ ਕੋਈ ਦੁੱਖ ਨਹੀਂ, ਕਿਉਂਕਿ ਉਹ ਬ੍ਰਹਮ ਗਿਆਨੀ ਹੈ। ਉਹ ਉਸਨੇ ਆਤਮ ਰਸ ਨੂੰ ਜਾਣਿਆ ਹੈ। ਉਹ ਸਾਰੇ ਆਪਣੇ ਇਸਲਾਮ ਦੀਆਂ ਕਿਤਾਬਾਂ, ਹਿੰਦੂ ਮਤ ਦੀਆਂ ਕਿਤਾਬਾਂ, ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਦਾ ਹੁੰਦਾ ਸੀ। ਉਸਨੇ ਆਪਣੇ ਲਿਖਾਰੀਆਂ ਪਾਸੋਂ ਵੇਦ ਉਪਨਿਸ਼ਦ ਸਾਰਿਆਂ ਦਾ ਟਰਾਂਸਲੇਟ ਕਰਵਾਇਆ ਹੋਇਆ ਸੀ ਫਾਰਸੀ ਵਿੱਚ, ਔਰ ਫਾਰਸੀ ਵਿੱਚ ਉਪਨਿਸ਼ਦਾਂ ਦਾ ਪਾਠ ਕਰਿਆ ਕਰਦਾ ਸੀ ਨਿਤਨੇਮ ਅਨੁਸਾਰ। ਬ੍ਰਹਮ ਗਿਆਨ ਦੀ ਪ੍ਰਾਪਤੀ ਸੀ, ਸੰਤਾਂ ਪੀਰਾਂ ਫਕੀਰਾਂ ਦੀ ਸੰਗਤ ਕਰੀ ਸੀ, ਇਸ ਕਰਕੇ ਇਸ ਨੂੰ ਬ੍ਰਹਮ ਗਿਆਨ ਪ੍ਰਾਪਤ ਸੀ। ਔਰ ਦੁੱਖ ਨੂੰ ਦੁੱਖ ਨਹੀਂ ਸੀ ਮੰਨਦਾ। ਨੌਕਰ ਨੇ ਦੁੱਖ ਮੰਨਿਆ ਆਪਣੇ ਚਿੱਤ ਵਿੱਚ, ਪਰ ਦਾਰਾ ਸਿਕੋ ਦੇ ਚਿੱਤ ਵਿੱਚ ਰੰਚਕ ਮਾਤਰ ਵੀ ਕੋਈ ਦੁੱਖ ਨਹੀਂ ਹੈ। ਸਮਸ ਹਾਲ ਕਿਉਂ ਦੇਖਤ ਨਾਹੀ, ਔਰ ਦਾਰਾ ਸਿਕੋ ਦੇ ਦਾੜੇ ਉੱਪਰ, ਹੇ ਦਾਰਾ ਸਿਕੋ, ਤੂੰ ਆਪਣੇ ਦਾੜੇ ਵੱਲ ਕਿਉਂ ਨਹੀਂ ਦੇਖਦਾ, ਆਪਣੇ ਚਿਹਰੇ ਵੱਲ ਕਿਉਂ ਨਹੀਂ ਦੇਖਦਾ? ਸੁਆਹ ਪਈ ਹੋਈ ਹੈ, ਤੂੰ ਦੇਖ ਕੇ ਦੁੱਖ ਕਿਉਂ ਨਹੀਂ ਮੰਨਦਾ? ਪਰੀ ਭਸਮ ਉੱਡ ਕਰ ਜਿਸ ਮਾਹੀ, ਜਿਸ ਦਾੜੇ ਵਿੱਚ ਸੁਆਹ ਉੱਡ ਕਰਕੇ ਪਈ ਹੈ, ਚਿਹਰਾ ਬਦਰੰਗ ਹੋ ਗਿਆ, ਪਰ ਤੈਨੂੰ ਕੋਈ ਰੰਚਕ ਮਾਤਰ ਵੀ ਕੋਈ ਦੁੱਖ ਨਹੀਂ ਹੋਇਆ। ਜੋ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੁੰਦੇ ਹਨ, ਗੁਰਬਾਣੀ ਵਿੱਚ ਪ੍ਰਮਾਣ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਹਰ ਭੈ ਨਹੀਂ ਜਾਗੈ, ਕੰਚਨ ਮਾਟੀ ਮਾਨੈ। ਉਹ ਸੋਨਾ ਤੇ ਮਿੱਟੀ ਨੂੰ ਇੱਕ ਸਮਾਨ ਜਾਣਦੇ ਹਨ, ਹਰਕ ਸੋਗ ਤੋਂ ਰਹਿਤ, ਧੁੰਦ ਤੋਂ ਰਹਿਤ ਹੁੰਦੇ ਹਨ। ਉਹਨਾਂ ਨੂੰ ਰੰਚਕ ਮਾਤਰ ਵੀ ਕੋਈ ਦੁੱਖ ਨਹੀਂ ਹੁੰਦਾ। ਸੰਗਤ ਕਰਤ ਜਰਹਿਓ ਫਕੀਰਨ, ਜੋ ਦਾਰਾ ਸਿਕੋ ਨਿਤਾ ਪ੍ਰਤੀ ਪੀਰਾਂ ਫਕੀਰਾਂ ਸੰਤਾਂ ਦੀ ਸੰਗਤ ਕਰਦਾ ਰਿਹਾ, ਪੂਜਤ ਬਸਤ ਦੇਤ ਸਮ ਪੀਰਨ, ਪੀਰਾਂ ਵਾਂਗ ਸੰਤਾਂ ਨੂੰ ਜਾਣ ਕਰਕੇ ਵਸਤੂਆਂ ਦਿੰਦਾ ਰਿਹਾ, ਪੂਜਦਾ ਰਿਹਾ। ਸਲਤਨ ਕਾਜ ਨਾ ਚਿਤ ਕਰ ਕਰੈ, ਪਰ ਸਲਤਨਤ ਦੇ ਵਾਸਤੇ, ਰਾਜ ਭਾਗ ਵਾਸਤੇ ਕੋਈ ਕੰਮ ਨਹੀਂ ਕੀਤਾ। ਛਲ ਬਲ ਕੋ ਉਰ ਫਿਕਰ ਨ ਧਰੈ, ਛਲ ਬਲ ਛਲ ਪਰਪੰਚਤਾ ਇਹਦੇ ਹਿਰਦੇ ਵਿੱਚ ਹੈ ਹੀ ਨਹੀਂ। ਇਹ ਸਿੱਧੇ ਸੁਭਾਅ ਵਾਲਾ, ਸਰਲ ਸੁਭਾਅ ਵਾਲਾ ਹੈ, ਇਹ ਕੋਈ ਛਲ ਬਲ ਨਹੀਂ ਜਾਣਦਾ। ਆਪਣੇ ਸਮਸਾਧਨ ਸਿਖਰਾਇਓ, ਆਪਣੇ ਵਾਂਗ ਸਾਰਿਆਂ ਨੂੰ ਸਾਧਨ ਸਿਖਰਾਇਆ। ਤਿਸ ਕ੍ਰਿਤ ਕੋ ਅਬ ਅਸਫਲ ਪਾਇਓ, ਔਰ ਉਸ ਕਰਨੀ ਦਾ ਫਲ ਐਸਾ ਪਾਇਆ ਦਾਰਾ ਸਿਕੋ ਨੇ। ਸੀਖ ਦੇਤ ਸਗਰ ਹਿਤਕਾਰੀ, ਔਰ ਸਾਰੇ ਸਿਆਣੇ ਲੋਕ ਹਿਤਕਾਰੀ, ਹਿਤ ਵਾਲੇ, ਪ੍ਰੇਮ ਵਾਲੇ, ਭਲੇ ਵਾਲੇ ਬਚਨ ਕਹਿੰਦੇ ਰਹੇ, ਸਿੱਖ ਸਿੱਖਿਆ ਸਿਖਾਉਂਦੇ ਰਹੇ। ਮੈਂ ਤਬ ਕਹਤ ਰਹਿਓ ਬਹੁ ਬਾਰੀ, ਨੌਕਰ ਕਹਿ ਰਿਹਾ ਕਿ ਮੈਂ ਤਦੋਂ ਤੁਹਾਨੂੰ ਕਈ ਵਾਰੀ ਕਹਿੰਦਾ ਰਿਹਾ, ਤੁਹਾਨੂੰ ਮੈਂ ਵੀ ਸਮਝਾਉਂਦਾ ਰਿਹਾ। ਸੁਣ ਕੇ ਨਹੀਂ ਏਕ ਕੀ ਮਾਨੀ, ਤੁਸਾਂ ਨੇ ਸੁਣ ਕੇ ਕਿਸੇ ਇੱਕ ਦੀ ਵੀ ਗੱਲ ਨਹੀਂ ਮੰਨੀ। ਮੇਰੀ ਤਾਂ ਕੀ ਮੰਨਣੀ ਸੀ, ਮੈਂ ਕੌਣ ਹੁੰਦਾ? ਪਰ ਪੀਰਾਂ ਫਕੀਰਾਂ ਦੀ ਵੀ ਗੱਲ ਤੁਸਾਂ ਨੇ ਨਹੀਂ ਮੰਨੀ। ਸਹੋ ਕਸ਼ਟ ਆਪ ਦਾ ਮਹਾਨੀ, ਹੁਣ ਕਸ਼ਟ ਸਹਾਰਨਾ ਕਰੋ, ਜੋ ਮਹਾਨ ਬਿਪਤਾ ਆ ਪਈ ਹੈ ਉਸ ਨੂੰ ਆਪ ਸਹਾਰੋ। ਤੁਸੀਂ ਕਿਸੇ ਦੀ ਗੱਲ ਨਹੀਂ ਮੰਨੀ। ਸੁਣ ਕੇ ਦਾਰਸ ਕੋ ਸੁਜਾਨਾ, ਇਹ ਨੌਕਰ ਪਾਸੋਂ ਸੁਣ ਕੇ ਸੁਜਾਨ ਚਤੁਰ ਦਾਰਾ ਸਿਕੋ, ਫੇਰ ਨਫਰ ਕੋ ਝਿਰਕਨ ਠਾਨਾ, ਆਪਣੇ ਨੌਕਰ ਵੱਲ ਦੇਖ ਕੇ ਝੜਕਣਾ ਕੀਤਾ। ਸੁਨ ਮੂਰਖ ਤੈਂ ਕਛ ਨਾ ਜਾਨੀ, ਐ ਮੂਰਖ ਸੁਣ, ਤੂੰ ਕੁਝ ਵੀ ਨਹੀਂ ਜਾਣਦਾ। ਮਹਿਮਾ ਜੋ ਸਤਸੰਗ ਮਹਾਨੀ, ਜੋ ਸਤ ਸੰਗਤ ਦੀ ਮਹਿਮਾ ਹੈ, ਪੰਚਮ ਪਿਤਾ ਜੀ ਨੇ ਵੀ ਸਤ ਸੰਗਤ ਦੀ ਮਹਿਮਾ ਗੁਰਬਾਣੀ ਵਿੱਚ ਕਥਨ ਕੀਤੀ ਹੈ। ਮਹਿਮਾ ਸਾਧੂ ਸੰਗ ਕੀ,
ਸੁਨੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪਹਿ ਚੀਤਾ। ਇਸ ਸ਼ਬਦ ਦੀ ਪਹਿਲੀ ਤੁਕ ਹੈ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ। ਅੰਧਲੇ ਤਿਰਭਵਨ ਸੂਝਿਆ ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪਹਿ ਚੀਤਾ। ਸੋ ਸਤ ਸੰਗਤ ਦੀ ਮਹਿਮਾ ਨੂੰ ਤੂੰ ਜਾਣਦਾ ਨਹੀਂ ਹੈ। ਝਿੜਕਣਾ ਕੀਤਾ ਦਾਰਾ ਸਿਕੋ ਨੇ, ਦੇਖੋ ਗੁਣ ਮੁਝ ਕੋ ਜਿਮ ਪਇਓ। ਦੇਖ ਮੈਨੂੰ ਜੋ ਸੰਤਾਂ ਦੀ ਸੰਗਤ ਕਰਨ ਦਾ ਲਾਭ ਪ੍ਰਾਪਤ ਹੋਇਆ ਹੈ। ਇਤੋ ਸਮਾਜ ਸਾ ਸਲਤਨਤ ਗਇਓ। ਜਿੰਨਾ ਸਾਜੋ ਸਮਾਜ ਸੀ, ਸਲਤਨਤ ਸੀ ਔਰ ਫੌਜਾਂ ਸਨ, ਧਨ ਪਦਾਰਥ ਹੀਰੇ ਜਵਾਹਰਾਤ ਸਨ, ਸਭ ਕੁਝ ਚਲਾ ਗਿਆ। ਦੇਸ ਕੋਸ ਕੁਛ ਗਿਣਤੀ ਨਹੀਂ। ਦੇਸ ਕੋਸ ਖਜ਼ਾਨਾ ਜਿਸ ਦੀ ਕੋਈ ਗਿਣਤੀ ਨਹੀਂ ਹੈ। ਸਭ ਜਗ ਕੀ ਪ੍ਰਿਯਤਾ ਜਿਸ ਮਾਹੀ। ਸਾਰੇ ਜਗਤ ਦੀ ਪ੍ਰਿਯਤਾ ਸੀ ਜਿਸ ਵਿੱਚ, ਪਦਾਰਥਾਂ ਵਿੱਚ, ਰਾਜ ਭਾਗ ਵਿੱਚ, ਸਲਤਨਤ ਵਿੱਚ। ਉਹ ਸਭ ਕੁਝ ਚਲਾ ਗਿਆ। ਮੈਨੂੰ ਕੋਈ ਹਰਖ ਸੋਗ ਨਹੀਂ। ਆਏ ਕੋ ਹਰਖ ਨਹੀਂ, ਗਏ ਕੋ ਸੋਗ ਨਹੀਂ। ਜਿਹੜੇ ਬ੍ਰਹਮ ਗਿਆਨੀ ਹੁੰਦੇ ਹਨ ਉਹਨਾਂ ਨੂੰ ਸੰਪੈ ਦੇਖ ਨਾ ਹਰਖੀਆ, ਵਿਪਤ ਦੇਖ ਨਾ ਰੋਏ। ਜਿਉਂ ਸੰਪੈ ਤਿਉਂ ਵਿਪਤ ਹੈ, ਵਿਧਨੇ ਰਚਿਆ ਸੋ ਹੋਏ। ਉਹਨਾਂ ਨੂੰ ਵਿਭੂਤੀ ਸੰਪਦਾ ਆ ਜਾਵੇ ਤਾਂ ਉਹ ਬਹੁਤ ਖੁਸ਼ ਨਹੀਂ ਹੁੰਦੇ। ਜੇ ਵਿਭੂਤੀ ਸੰਪਦਾ ਚਲੀ ਜਾਵੇ ਤੇ ਦੁਖੀ ਨਹੀਂ ਹੁੰਦੇ। ਦੁੱਖ ਸੁੱਖ ਵਿੱਚ ਇੱਕ ਸਮਾਨ ਰਹਿੰਦੇ ਹਨ। ਤਿਸ ਤੇ ਮੁਝ ਕੋ ਸ਼ੋਕ ਨ ਵਿਆਪਾ। ਸਭ ਕੁਝ ਚਲਾ ਗਿਆ, ਬਰਬਾਦ ਹੋ ਗਿਆ, ਪਰ ਮੈਨੂੰ ਰੰਚਕ ਮਾਤਰ ਵੀ ਸੋਗ ਨਹੀਂ ਵਿਆਪਿਆ। ਨਹਿ ਕੇ ਸਮੇ ਹਿਰਦੈ ਸੰਤਾਪਾ। ਕਿਸੇ ਸਮੇਂ ਵੀ ਮੇਰੇ ਹਿਰਦੇ ਵਿੱਚ ਕੋਈ ਦੁੱਖ ਨਹੀਂ ਹੋਇਆ, ਸੰਤਾਪ ਨਹੀਂ ਹੋਇਆ। ਇੱਕ ਵਿਰਾਟ ਕਾ ਜਾਏ ਗਵਾਈ। ਜੇ ਕਿਸੇ ਦੀ ਇੱਕ ਕੌਡੀ ਵੀ ਗਵਾਚ ਜਾਵੇ ਉਹ ਕਿੰਨਾ ਦੁਖੀ ਹੁੰਦਾ ਹੈ। ਤੇ ਸਮਰਤ ਪੀ ਨਹਿ ਦੁਖਦਾਈ। ਉਸ ਦੇ ਵਾਂਗ ਵੀ ਮੈਨੂੰ ਕੋਈ ਰੰਚਕ ਮਾਤਰ ਵੀ ਦੁੱਖ ਨਹੀਂ ਹੈ। ਮੇਰਾ ਤਾਂ ਸਾਰਾ ਰਾਜ ਭਾਗ ਖੁੱਸ ਗਿਆ। ਕਿਸੇ ਦੀ ਕੌਡੀ ਗਵਾਚ ਜਾਵੇ ਉਹ ਬਹੁਤ ਦੁਖੀ ਹੁੰਦਾ ਹੈ, ਪਰ ਮੇਰਾ ਰਾਜ ਭਾਗ ਸਾਰਾ ਖੁੱਸ ਗਿਆ, ਮੈਨੂੰ ਰੰਚਕ ਮਾਤਰ ਵੀ ਦੁੱਖ ਨਹੀਂ ਹੈ। ਲਾਭ ਹਾਨ ਜਗ ਰਾਜ ਮਹਾਨਾ। ਰਾਜ ਭਾਗ ਜਗਤ ਦਾ ਮਹਾਨ ਰਾਜ ਭਾਗ ਜੋ ਹੈ, ਰਹੀ ਮੋਹਿ ਚਿਤ ਬ੍ਰਿਤੀ ਸਮਾਨਾ। ਔਰ ਮੇਰੀ ਬਿਰਤੀ ਬ੍ਰਹਮ ਵਿੱਚ ਟਿਕੀ ਹੋਈ ਹੈ, ਸਵੈ ਸਰੂਪ ਵਿੱਚ ਟਿਕੀ ਹੋਈ ਹੈ, ਜਿਸ ਕਰਕੇ ਮੈਨੂੰ ਮੇਰੀ ਸੰਸਾਰਾਕਾਰ ਬੁੱਧੀ ਨਾ ਹੋਣ ਕਰਕੇ ਮੈਨੂੰ ਧੁੰਦ ਤੋਂ ਮੈਂ ਰਹਿਤ ਹਾਂ, ਕੋਈ ਹਰਖ ਸੋਗ ਨਹੀਂ ਹੈ। ਇਹ ਸੰਤਨ ਕੋ ਅਧਿਕ ਪ੍ਰਤਾਪ। ਇਹ ਸਾਰੀ ਸੰਤਾਂ ਦੀ ਸਤ ਸੰਗਤ ਦਾ ਪ੍ਰਤਾਪ ਹੈ। ਹਰਖ ਨ ਸੋਕ ਮੋਹਿ ਚਿਤ ਵਿਆਪੂ। ਮੇਰੇ ਚਿੱਤ ਵਿੱਚ ਹਰਖ ਸੋਗ ਨਹੀਂ ਵਿਆਪਦਾ। ਸੁਨ ਕਰ ਨਫਰ ਨ ਮਹਿਮਾ ਜਾਣੇ। ਔਰ ਸੁਣ ਕਰਕੇ ਨਫਰ ਜੋ ਸੀ ਦਾਰਾ ਸਿਕੋ ਦਾ ਨੌਕਰ, ਉਸਨੇ ਸਤ ਸੰਗਤ ਦੀ ਮਹਿਮਾ ਜਾਣੀ। ਤੋ ਤਰਕ ਬੋ ਤਿਸ ਕੋ ਠਾਨੇ। ਉਹ ਫਿਰ ਵੀ ਤਰਕ ਕਰਦਾ ਰਿਹਾ, ਮਹਿਮਾ ਜਾਣਦਾ ਨਹੀਂ ਸਤ ਸੰਗਤ ਦੀ। ਸੰਤਾਂ ਦੀ ਸੰਗਤ ਕਰਨ ਦਾ ਪ੍ਰਤਾਪ ਉਹ ਜਾਣਦਾ ਨਹੀਂ ਨੌਕਰ। ਫਿਰ ਵੀ ਇਹ ਸਭ ਕੁਝ ਸਤ ਸੰਗਤ ਦੀ ਮਹਿਮਾ ਸੁਣ ਕੇ ਵੀ ਤਰਕ ਕਰ ਰਿਹਾ ਹੈ। ਗਜ ਮੁਕਤਾ ਕੀ ਜਥਾ ਵਡਾਈ। ਜਿਵੇਂ ਹਾਥੀ ਦੇ ਮੱਥੇ 'ਚ ਮੋਤੀ ਹੁੰਦੇ ਆ, ਗਜ ਮੁਕਤਾ ਹਾਥੀ ਮੋਤੀ ਦੀ ਜੋ ਵਡਿਆਈ ਹੈ। ਪਰ ਵਿਦਵਾਨਾਂ ਦਾ ਕਥਨ ਹੈ ਕਿ ਸਾਰੇ ਹਾਥੀਆਂ ਦੇ ਮੱਥੇ ਤੇ ਮੋਤੀ ਨਹੀਂ ਹੁੰਦਾ। ਗਜ ਗਜ ਮੋਤੀ ਨਾ ਹੈ। ਹਰੇਕ ਹਾਥੀ ਦੇ ਮੱਥੇ 'ਚ ਮੋਤੀ ਨਹੀਂ ਹੁੰਦਾ, ਹਰੇਕ ਪਹਾੜ ਤੇ ਮੋਤੀ ਨਹੀਂ ਹੁੰਦਾ, ਹਰੇਕ ਸਿੱਪੀ ਵਿੱਚ ਮੋਤੀ ਨਹੀਂ ਹੁੰਦਾ, ਹਰੇਕ ਬਾਂਸ ਵਿੱਚ ਮੋਤੀ ਨਹੀਂ ਹੁੰਦਾ, ਕਿਸੇ ਕਿਸੇ ਬਾਂਸ ਵਿੱਚ। ਔਰ 6 ਪ੍ਰਕਾਰ ਦੀਆਂ ਮੋਤੀਆਂ ਦਾ ਜ਼ਿਕਰ ਆਉਂਦਾ ਹੈ। ਬਾਂਸੀ ਸੀਪੀ ਸੂਕਰੀ ਗਿਰੀ ਕਰੀ ਮਠ ਸਾਲ, ਇਹ ਖਟ ਮੋਤੀ ਪੋਈਐ ਬਨੈ ਬਜੰਤੀ ਮਾਲ। 6 ਮੋਤੀਆਂ ਨੂੰ ਪਰੋ ਕੇ ਬਜੰਤੀ ਮਾਲਾ ਬਣਦੀ ਹੈ। ਸੋ ਹਰੇਕ ਹਾਥੀ ਦੇ ਮੱਥੇ ਤੇ ਉਹ ਮੋਤੀ ਨਹੀਂ ਹੁੰਦਾ, ਹਰੇਕ ਪਹਾੜ ਤੇ ਮੋਤੀ ਨਹੀਂ ਹੁੰਦਾ, ਕਿਸੇ ਬਿਰਲੇ ਹਾਥੀ ਦੇ ਮੱਥੇ ਤੇ ਮੋਤੀ ਹੁੰਦਾ। ਉਸ ਦੀ ਬੜੀ ਵਡਿਆਈ ਹੁੰਦੀ ਹੈ ਉਸ ਮੋਤੀ ਦੀ। ਚਿਰ ਮਰ ਗਾਹਕ ਲਖ ਨ ਸਕਾਈ। ਪਰ ਉਹ ਕੱਖ ਦਾ ਗਾਹਕ ਜਿਹੜਾ ਹੈ, ਮੋਤੀ ਤਾਂ ਬਹੁਤ ਕੀਮਤੀ ਹੈ, ਉਹ ਗਜ ਮੋਤੀ ਦੀ ਸਾਰ ਕੀਮਤ ਨੂੰ ਨਹੀਂ ਜਾਣ ਸਕਦਾ। ਹੁਤੋ ਦਾਇਰੇ ਮਹਿ ਦਰਵੇਸ਼। ਉਹ ਦਰਵੇਸ਼ ਫਕੀਰ
दारा सिको दायरे विच स्थित हो गया। जिसको निश्चय ज्ञान विशेष। और वो फकीर जो आके मिलिया सी ਉਹ ਦਾਇਰੇ ਵਿੱਚ ਉਹ ਵੀ ਸੀ। ਦਾਰਾ ਸਿਕੋ ਦੀਆਂ ਗੱਲਾਂ ਸੁਣ ਕੇ ਉਹਦੇ ਸੁਭਾਵ ਨੂੰ ਦੇਖ ਕਰਕੇ ਬੋਲਨ ਸੁਨ ਬਿਲੋਕ ਬੋਕੀਨ ਉਹਦਾ ਬੋਲਣਾ ਸੁਣਨਾ ਔਰ ਦੇਖ ਕਰਕੇ ਉਹ ਫਕੀਰ ਦਾਰਾ ਸਿਕੋ ਨੂੰ ਕਹਿਣ ਲੱਗਿਆ, ਦਾਰਾ ਸਿਕੋ ਚਿੰਤਿਨ ਲੀਨ। ਉਸ ਫਕੀਰ ਨੇ ਪਹਿਚਾਨ ਲਿਆ ਕਿ ਇਹ ਸ਼ਾਹਜਹਾਂ ਦਾ ਵੱਡਾ ਪੁੱਤਰ ਦਾਰਾ ਸਿਕੋ ਹੈ। ਜਿਮ ਖੋਜਨ ਹਿਤ ਚਮੂ ਵਿਸ਼ੇਸ਼। ਔਰ ਜਿਸ ਦੇ ਨਾਲ ਚਮੂ ਵਿਸ਼ੇਸ਼ ਬਹੁਤ ਸਾਰੀ ਸੈਨਾ 5000 ਸੈਨਾ ਜਿਸ ਦੇ ਨਾਲ ਹਮੇਸ਼ਾ ਰਹਿੰਦੀ ਸੀ। ਫੈਲੀ ਦੇਸ਼ ਵਿਦੇਸ਼ ਅਸ਼ੇਸ਼। ਔਰ ਦੇਸ਼ਾਂ ਵਿਦੇਸ਼ਾਂ ਵਿੱਚ ਇਸ ਦਾ ਨਾਮ ਹੈ, ਇਸ ਦੀ ਸੈਨਾ ਫੈਲੀ ਹੋਈ ਹੈ। ਗਇਓ ਚਹਿ ਨੋ ਰੰਗ ਮਤ ਮੰਦ। ਔਰ ਮੰਦ ਮਤੀ ਵਾਲਾ ਨੌਰੰਗਾ ਇਸੇ ਦਾ ਸਕਾ ਭਰਾ ਇਸ ਨੂੰ ਫੜ ਕੇ ਮਾਰਨਾ ਚਾਹੁੰਦਾ ਹੈ। ਸੋ ਇਹ ਜਾਣਿਓ ਪਰੇ ਬਿਲੰਦ। ਇਹ ਜਾਣਿਆ ਜਾਂਦਾ ਹੈ ਕਿ ਇਹ ਦਾਰਾ ਸਿਕੋ ਹੁਣ ਨਿਸ਼ਚਿੰਤ ਹੋ ਕੇ ਬੈਠਾ ਹੈ, ਇਸ ਨੂੰ ਜਿਉਣ ਦੀ ਆਸ ਨਹੀਂ ਰਹੀ। ਨੌਰੰਗਾ ਇਸ ਨੂੰ ਮਾਰਨਾ ਚਾਹੁੰਦਾ ਹੈ ਪਰ ਇਹ ਨਿਸ਼ਚਿੰਤ ਹੋ ਕੇ ਇੱਥੇ ਬੈਠਾ ਹੈ। ਸਤਸੰਗੀ ਬੜ ਸੁਣਿਓ ਅਗਾਰੇ। ਔਰ ਅੱਗੇ ਵੀ ਸੁਣਿਆ ਹੈ ਕਿ ਬੜਾ ਇਹ ਸਤਸੰਗੀ ਹੈ। ਭਲੇ ਜਾਨ ਚਿਤ ਚਾਹਤ ਨਿਹਾਰੇ। ਔਰ ਚਿੱਤ ਵਿੱਚ ਇਸ ਨੂੰ ਚੰਗੀ ਤਰ੍ਹਾਂ ਵਿਚਾਰ ਲਿਆ, ਪਰਖ ਲਿਆ ਕਿ ਇਹ ਬੜਾ ਗਿਆਨਵਾਨ ਹੈ, ਜਿਸ ਨੂੰ ਬ੍ਰਹਮ ਦਾ ਗਿਆਨ ਪ੍ਰਾਪਤ ਹੈ, ਸਤਸੰਗੀ ਹੈ, ਸੰਤਾਂ ਦੀ ਸਤਸੰਗਤ ਕਰਨ ਵਾਲਾ ਹੈ। ਆਏ ਫਕੀਰ ਸੋ ਬੈਠਿਓ ਪਾਸ। ਉਹ ਫਕੀਰ ਆ ਕੇ ਪਾਸ ਬੈਠ ਗਿਆ। ਸਾਦਰ ਮਿਰਦੁਲ ਸੁਬਾਕ ਪ੍ਰਕਾਸ਼। ਸਾਦਰ ਪੂਰਵਕ ਬਹੁਤ ਕੋਮਲ ਬਚਨ ਕਹਿਣ ਲੱਗਿਆ ਦਾਰਾ ਸਿਕੋ ਨੂੰ। ਸੋ ਸਾਧ ਸੰਗਤ ਜੀ ਦਾਰਾ ਸਿਕੋ ਨੂੰ ਫਕੀਰ ਸਮਝਾਉਂਦਾ ਹੈ। ਫਿਰ ਜਦੋਂ ਉਸ ਦੀ ਗੱਲਬਾਤ ਸੁਣ ਕਰਕੇ ਉਹਦੇ ਸੁਭਾਵ ਨੂੰ ਦੇਖ ਕਰਕੇ ਉਸ ਨੂੰ ਸਮਝਾਇਆ ਕਿ ਤੂੰ ਹੁਣ ਦੇਹ ਅਧਿਆਸ ਦਾ ਤਿਆਗ ਕਰ ਦੇ, ਤੂੰ ਨਿਸ਼ਚਿੰਤ ਹੋ ਜਾ। ਪਰਾਲਬਧ ਅਨੁਸਾਰ ਜੋ ਸੁਖ ਦੁੱਖ ਭੋਗਣਾ ਲਿਖਿਆ ਹੈ, ਭੋਗੇ ਬਿਨਾ ਭਾਗੇ ਨਹੀਂ ਕਰਮ ਗਤੀ ਬਲਵਾਨ। ਅਵश्य ਮੇਂ ਭੁਗਤਵਯਮ ਕਿਰਤਮ ਕਰਮ ਸ਼ੁਭਾ ਸ਼ੁਭਮ। ਸ਼ੁਭ ਅਸ਼ੁਭ ਕਰਮਾਂ ਦਾ ਫਲ ਨਿਸ਼ਚੇ ਹੀ ਅਵश्य ਹੀ ਭੋਗਣਾ ਪੈਂਦਾ ਹੈ। ਤੂੰ ਹੁਣ ਪਰਾਲਬਧ ਅਨੁਸਾਰ ਦੁੱਖ ਸੁਖ ਭੋਗਣਾ ਕਰ, ਰਾਜ ਭਾਗ ਦੀ ਇੱਛਾ ਔਰ ਇਹ ਸਭ ਕੁਝ ਛੱਡ ਦੇ। ਇਹ ਸਮਝਾਉਂਦਾ ਹੈ। ਸਾਰੀ ਕਥਾ ਆਪਾਂ ਕੱਲ੍ਹ ਦੇ ਪ੍ਰਕਰਨ ਅੰਦਰ ਕੱਲ੍ਹ ਨੂੰ ਸਰਵਣ ਕਰਾਂਗੇ। ਸਮਾਂ ਸਮਾਪਤ ਹੈ। ਆਓ 2 ਮਿੰਟ ਵਾਹਿਗੁਰੂ ਗੁਰ ਮੰਤਰ ਦੀ ਹਾਜ਼ਰੀ ਲਾ ਕੇ ਸਮਾਪਤੀ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ। ਉਠਤ ਬੈਠਤ ਸੋਬਤ ਜਾਗਤ ਗੁਰ ਮੰਤਰ ਹਿਰਦੈ ਚਿਤਾਰ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਵਾਹਿਗੁਰੂ ਗੁਰ ਮੰਤਰ ਨੂੰ ਚੇਤੇ ਕਰਨਾ ਚਾਹੀਦਾ, ਯਾਦ ਕਰਨਾ ਚਾਹੀਦਾ, ਅਖੰਡ ਜਾਪ ਕਰਨਾ ਚਾਹੀਦਾ ਹੈ। ਵਾਹਿਗੁਰੂ ਗੁਰਮੰਤਰ 4 ਪਦਾਰਥ 4 ਮੁਕਤੀਆਂ ਦਾ ਦਾਤਾ ਹੈ। ਇਸ ਲਈ ਇਹ ਸਮਰੱਥ ਮੰਤਰ ਦਾ ਜਾਪ ਕਰੀਏ। ਵਾਹਿਗੁਰੂ 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 ਹਰ ਹਰ ਨਾਮ ਜਪੰਤਿਆਂ ਕਛ ਨ ਕਹਿ ਜਮਕਾਲ। ਨਾਨਕ ਮੰਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਸਤ ਸੰਗੀ ਬੜ ਸੁਨਿਓ ਅਗਾਰੇ। ਭਲੇ ਜਾਨ ਚਿਤ ਚਾਹਤ ਨਿਹਾਰੇ।
ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।